ਕਿ ਜੋ ਮੈਂ ਤੈਨੂੰ ਕਹਿ ਰਿਹਾ ਸੀਗਾ। ਆਪਣਾ ਤੁਸੀਂ ਸਰਟੀਫਿਕੇਸ਼ਨ ਦੀ ਗੱਲ ਕਰ ਰਹੇ ਸੀ ਬ్రో? ਹਾਂ, ਸਰਟੀਫਿਕੇਸ਼ਨ। ਕੋਈ ਨਹੀਂ ਬ్రో, ਆਪਾਂ ਇਹਦੇ ਬਾਰੇ ਕਰਦੇ ਹਾਂ। ਆਪਾਂ ਇੱਕ ਵਾਰ ਪੜ੍ਹ ਲਈਏ ਸਾਰਾ, ਹੂੰ। ਤੁਹਾਡੇ ਮਤਲਬ ਡੋਕਰ ਪੜ੍ਹ ਲਾਂਗੇ ਪ੍ਰੋਪਰ, ਉਹ ਕਰ ਲਾਂਗੇ ਹਨਾ, ਤੁਹਾਨੂੰ ਪਤਾ ਲੱਗ ਜੂ ਕੀ ਚੀਜ਼ ਆ। ਫਿਰ ਵੀ ਓਕੇ। ਕੈਨ ਵਰਕ ਔਨ ਸਰਟੀਫਿਕੇਸ਼ਨ ਨਾ। ਜਿਵੇਂ ਮੈਂ ਦੱਸਦਾ ਇਹ ਚ ਮੇਨ ਕੀ ਕਰਨਾ ਆਪਾਂ। ਇਹਦਾ ਡੋਕਰ ਕਰ ਲਾਂਗੇ, ਡੀਸੀਏ ਕੁਬਰਨੀਟਿਸ ਹੋ ਗਈ, ਸੈਕੰਡ ਸਰਟੀਫਿਕੇਸ਼ਨ, ਥਰਡ ਹੋ ਗਈ ਆਪਣੀ ਨਹੀਂ, ਹਾਸ਼ਿਕਾਪ ਦੀ ਵਾਲਟ। ਇਹ ਚੀਜ਼ਾਂ ਮੈਂ ਤੁਹਾਡੀ ਗੱਲ ਸਮਝ ਗਿਆ। ਮੈਂ ਤੁਹਾਨੂੰ ਹਾਂ ਸਭ ਤੋਂ, ਜਿਵੇਂ ਹੁਣ ਆਪਾਂ AWS ਕਰ ਰਹੇ ਹਾਂ ਰਾਈਟ, ਹੁਣ ਹਾਂਜੀ AWS ਦੀ ਹਾਂਜੀ। ਸਰਟੀਫਿਕੇਸ਼ਨ ਹੁੰਦੀ ਹੈਗੀ, ਠੀਕ ਹੈ, ਇਹਦੀ ਗੱਲ ਕਰ ਰਿਹਾ ਸੀ ਮੈਂ। ਓਕੇ ਓਕੇ। ਡੋਕਰ ਅੱਛਾ ਕਿਊਬਰਨੇਟਿਸ ਅੱਛਾ ਤੁਹਾਡੀ ਅੱਛਾ। ਚੀਜ਼ ਆ ਗਈ। ਯੈਸ ਯੈਸ। ਓਕੇ ਓਕੇ ਓਕੇ, ਇਹਦੀ ਸਰਟੀਫਿਕੇਸ਼ਨ ਬ్రో ਇਹ ਹੈ, ਸਟਾਰਟਿੰਗ ਵਾਲੀ ਹੁੰਦੀ ਹੈ ਨਾ ਇਹਦੀ, ਮਤਲਬ ਦੋ ਤਿੰਨ ਹੀ ਹੈ। ਇੱਕ ਤਾਂ ਪ੍ਰੈਕਟੀਸ਼ਨਰ ਹੈ, ਇੰਟਰੋਡਕਸ਼ਨ ਵਾਲੀ ਬਿਗਨਰ ਹੈ ਨਾ, ਹਾਂ। ਐਸੋਸੀਏਟ ਹੈ ਇੱਕ, ਇੱਕ ਫਿਰ ਉਹ ਆਰਕੀਟੈਕਟ ਲੈਵਲ ਦੀ ਹੈ। ਤਿੰਨ ਹੋਣੀਆਂ ਨੇ ਇਹਦੀਆਂ ਹਨਾ। ਤੇ ਇਹਦੇ ਬੈਜਸ ਵਗੈਰਾ ਮਿਲਦੇ। ਮੈਂ ਸਰਟੀਫਿਕੇਸ਼ਨ ਇਹਦੇ ਮਤਲਬ ਤੁਹਾਨੂੰ ਐਂ ਲੱਗਦਾ ਐਜੂਕੇਟ ਤੇ ਪ੍ਰੋਗਰਾਮਸ ਹੁੰਦੇ ਆ ਇਹਦੇ, ਠੀਕ ਹੈ। ਤੁਸੀਂ ਨਾਲ ਦੀ ਅੱਛਾ ਨਾਲ ਓਕੇ ਆਪਾਂ ਇਹ ਕਰ ਸਕਦੇ ਹਾਂ ਕਿ ਆਈ ਟੀਚ ਯੂ, ਤੇ ਉਦੋਂ ਬਾਅਦ 'ਚ ਆਪਾਂ ਇੱਕ ਅਸੈਸਮੈਂਟ ਵਗੈਰਾ ਦੇ ਸਕਦੇ ਹਾਂ ਐਜੂਕੇਟ ਤੇ। ਰਾਈਟ। ਇੱਕ ਵਾਰ ਚੈੱਕ ਕਰਿਓ ਬ్రో, ਕਿੱਥੇ ਹੁੰਦੀ ਦਿਖਾਓ ਸਾਨੂੰ। ਮੈਂ ਦਿਖਾ ਦਿੰਦਾ ਤੁਹਾਨੂੰ। ਮੈਨੂੰ ਐ ਲੱਗ ਰਿਹਾ, ਅੱਛਾ ਸਾਨੂੰ ਪਤਾ ਕੀ ਲੱਗ ਰਿਹਾ ਵੀ ਤੁਸੀਂ ਕਹਿ ਰਹੇ ਹੋ AWS ਵੱਲੋਂ ਜਿਹੜੀ ਸਰਟੀਫਿਕੇਸ਼ਨ ਹੁੰਦੀ ਆ। ਨਹੀਂ ਹੁੰਦੀ AWS ਵੱਲੋਂ ਹੀ ਆ, ਪਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦੇਣਾ, ਰੁਕ ਜਾਓ। ਇਹ ਕਿਹੜਾ ਹੈ? AWS ਐਜੂਕੇਟ ਕਰਕੇ ਕੋਈ ਪੋਰਟਲ ਹੈ, ਉੱਥੇ ਹੁੰਦੀ ਕਹਿੰਦਾ ਬਾਈ। ਅੱਛਾ ਜਿਵੇਂ AWS, ਮਾਈਕਰੋਸਾਫਟ ਲੋਨ ਹੈ। ਆ ਦੇਖੋ ਆ ਚੀਜ਼ ਆ ਜਿਵੇਂ ਐਜੂਕੇਟ ਆ, ਇੱਥੇ ਆਪਾਂ ਨੂੰ ਮੈਨੇਜਮੈਂਟ ਕੰਸੋਲ ਦਾ ਉਹ ਦਿੱਤਾ, ਤੇ ਇੱਦਾਂ 'ਚ ਆਪਾਂ ਸਿੱਧਾ ਫਾਈਨਲ ਅਸੈਸਮੈਂਟ ਦੇ ਸਕਦੇ ਹਾਂ। ਬੇਸਿਕਲੀ ਇਹਦਾ ਇੱਕ ਪੇਪਰ ਹੁੰਦਾ ਜੋ, ਓਕੇ 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 ਠੀਕ ਓਕੇ। ਹੈ। ਓਕੇ। ਹਾਂ, ਜਿਵੇਂ ਹੁਣ ਮੈਂ ਤੁਹਾਨੂੰ ਇਹਦੀ ਇੰਟਰੋਡਕਸ਼ਨ ਦਿੱਤੀ ਪੂਰੀ, ਤੇ ਇੱਦਾਂ 'ਚੋਂ ਆਪਾਂ ਇਹਦੀ ਬਸ ਸਲਾਈਡ ਉੱਤੇ ਤੋਂ ਥੱਲੇ ਸਕਰੋਲ ਕਰਨੀ ਇੱਕ ਵਾਰ ਪੂਰੀਆਂ, ਤੇ ਉੱਦਾਂ 'ਚ ਆਪਾਂ ਠੀਕ ਫਾਈਨਲ ਹੈ ਸਮਝ ਅਸੈਸਮੈਂਟ ਗਿਆ। ਦੇ ਦੇਣੀ ਇਹਦੀ। ਓ ਨਾਈਸ ਯਾਰ ਬ్రో, ਤੁਹਾਨੂੰ ਬੈਚ ਮਿਲ ਜਾਏਗਾ ਉਸ ਤੋਂ ਬਾਅਦ ਇਹ ਚੀਜ਼ ਦਾ? ਆਈ ਥਿੰਕ ਕੁਛ ਨਾ ਕੁਛ ਤਾਂ ਦੇਣਗੇ ਇਹ, ਜਾ ਦੇਂਗੇ ਯਾਰ ਆਬਵੀਅਸਲੀ। ਤੇ ਫ੍ਰੀ ਦੇਣਾ ਹੈ ਤਾਂ ਬ్రో ਚਾਹੀਦਾ। ਇਹ? ਇਹ ਫ੍ਰੀ ਆ। ਵੈਰੀ ਨਾਈਸ ਯਾਰ। ਯੈਸ, ਇਹ ਇਹ ਮਤਲਬ ਚੀਜ਼ ਫੰਡਾਮੈਂਟਲਸ ਹੈ ਸੌਰਟ ਆਫ? ਕਾਈਂਡ ਆਫ ਫੰਡਾਮੈਂਟਲ। ਮੈਂ ਤੁਹਾਨੂੰ ਇਹਦਾ ਪੋਰਟਲ ਦਿਖਾਉਣਾਗਾ, ਇੱਦਾਂ ਦਾ ਹੁੰਦਾ। ਬੇਸਿਕਲੀ ਤੁਸੀਂ ਇਹ ਸਿਲੈਕਟ ਕਰ ਸਕਦੇ ਹੋ ਵੀ ਲੈਬ ਜਾਂ ਬੈਚ ਕਿਸ ਮਿਲਦਾ ਗਾ ਆਪਾਂ ਨੂੰ, ਇਹਦੇ 'ਚ ਬੈਚ ਮਿਲਦੇ ਹੈਗੇ, ਠੀਕ ਹੈ। ਉਹੀ ਪ੍ਰਤੀਕ ਭਾਈ, ਜਿਵੇਂ ਆਪਾਂ ਫੰਡਾਮੈਂਟਲ ਅਪਲਾਈ ਕਰਦੇ ਹੁੰਦੇ ਸੀ ਐਜਰ ਦਾ, ਯਾ ਤੂੰ ਇਹਨਾਂ ਨੇ ਫ੍ਰੀ ਡਾਲਦੀ ਬਿਲਕੁਲ ਸਾਹਮਣੇ ਹੀ, ਅਪਲਾਈ ਕਰਨ ਦੀ ਲੋੜ ਨਹੀਂ ਹਨਾ। ਗੁੱਡ ਹੈ ਯਾਰ। ਤਾਂ ਆਪਾਂ ਇੱਕ ਕੰਮ ਕਰਾਂਗੇ, ਇਹ ਜਿਹੜੇ ਬੈਜ ਵਾਲੇ ਆ, ਜਦੋਂ ਆਪਾਂ ਬੈਜ ਵਾਲੇ ਤੇ ਮੂਵ ਔਨ ਕਰਾਂਗੇ, ਆਪਾਂ ਉਹਨਾਂ ਚੀਜ਼ਾਂ ਦੇ ਬੈਜ ਲੈ ਲਾਂਗੇ ਨਾਲ ਦੀ ਨਾਲ, ਯਾ ਯੂ ਰਾਈਟ ਮੈਨ, ਯੂ ਠੀਕ ਰਾਈਟ, ਹੈ। ਵੀ ਕੈਨ ਡੂ ਦੈਟ ਟੂ। ਇੱਕ ਮਿੰਟ ਨਵਦੀਪ ਭਾਈ, ਆ ਤੁਸੀਂ ਆ ਕਲਿੱਕ ਕਰਿਓ ਲੈਵਲ ਦੇ ਵਿੱਚ ਇੰਟਰਮੀਡੀਏਟ ਕਰਿਓ। ਇਹਦੇ 'ਚ ਕੁਛ ਨਹੀਂ ਆ। ਨਹੀਂ ਸਿਕਿਉਰਿਟੀ ਕੱਢ ਦੋ ਬ్రో, ਸਿਕਿਉਰਿਟੀ ਵਰਕਿੰਗ ਕੱਟ। ਵਿਦ ਯੂਜ਼ਰ। ਹਾਂ ਪਹਿਲਾਂ ਕਲਾਉਡ ਕੰਪਿਊਟਿੰਗ ਆ ਜੇ, ਤੇ ਇਹ ਚ ਨਹੀਂ ਹੈ ਐਡਵਾਂਸਡ ਕੁਛ ਹਨਾ। ਨਾ। ਠੀਕ ਹੈ ਬਸ, ਠੀਕ ਹੈ ਕੋਈ ਗੱਲ ਨਹੀਂ। ਉਹੀ ਇੰਟਰੈਕਸ਼ਨ ਵਾਲੇ ਨੇ ਬਾਕੀ, ਫਿਰ ਇਹਦੇ ਪੈਸੇ ਚਾਰਜ ਕਰਨੇ ਇਹਨਾਂ ਨੇ ਬਾਕੀਆਂ ਦੇ ਹਨਾ, ਮੈਨੂੰ ਲੱਗਦਾ। ਹਾਂ, ਨਹੀਂ ਵੈਸੇ ਤਾਂ ਇਹ ਸਭ ਓਕੇ। ਕੁਝ ਫ੍ਰੀ ਦੱਸਿਆ ਸੀ ਇਹਨਾਂ ਨੇ ਜਿੰਨਾ ਸੀਗਾ। ਜੌਬ ਸੀ ਇਹਨਾਂ ਦੀ, ਕੁਝ ਤਾਂ ਹੈ। ਚਲੋ ਠੀਕ ਹੈ, ਯੂ ਰਾਈਟ ਮੈਨ, ਆਪਾਂ ਨਾਲ ਠੀਕ ਹੈ, ਨਾਲ ਕਰੀ ਆਪਾਂ ਜਾਵਾਂਗੇ ਤਾਂ। ਬੈਜ ਦਾ ਕਰ ਲਾਂਗੇ ਜੋ ਵੀ ਨਾਲ ਦੀ ਨਾਲ ਆਏਗਾ। ਜਿਵੇਂ ਇੰਟਰੋਡਕਸ਼ਨ ਟੂ ਕਲਾਉਡ 101, ਇਹਦੇ 'ਚ ਕੀ ਆ ਦੇਖੀਏ ਇੱਕ ਵਾਰ। ਇਹ ਸਾਨੂੰ ਆਪਣਾ ਅਕਾਊਂਟ ਬਣਾਉਣਾ ਪੈਣਾ ਰਾਈਟ AWS ਤੇ ਬਾਈ ਹਨਾ? AWS ਐਜੂਕੇਟ ਤੇ ਯੈਸ। ਠੀਕ ਹੈ ਐਜੂਕੇਟ ਤੇ ਓਕੇ। ਇਹ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਰਿਹਾ। ਓਕੇ, ਤੇ ਆਪਣੇ ਕੋਲ ਫਿਰ ਆਏਗਾ ਫਾਈਨਲ ਅਸੈਸਮੈਂਟ, ਕਲੇਮ ਯੂਅਰ ਬੈਜ, ਕਲੇਮ ਯੋਰ ਬੈਚ ਹਨਾ। ਠੀਕ ਹੈ। ਇਹ ਤਾਂ ਅੱਜ ਨਹੀਂ ਕਰਦੇ, ਇਹ ਆਪਾਂ ਕਰਾਂਗੇ ਕੱਲ ਨੂੰ, ਠੀਕ ਹੈ। ਬਾਅਦ 'ਚ ਆਪਣਾ ਠੀਕ ਹੈ ਅਕਾਊਂਟ ਵਗੈਰਾ ਬਣਾ ਲਓ, ਜ਼ਿਆਦਾ ਟਾਈਮ ਨਹੀਂ ਲੱਗੇਗਾ। ਅੱਜ ਆਪਾਂ ਬੇਸਿਕਲੀ ਨੋਰਮਲ ਦੇਖ ਲੈਂਦੇ ਹਾਂ AWS ਵਗੈਰਾ, ਠੀਕ ਹੈ। ਓਕੇ। ਨਾਈਸ, ਆਪਾਂ ਆ ਗਏ AWS 'ਤੇ ਵਾਪਸ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤਾਂ ਮਤਲਬ ਅਕਾਊਂਟ ਬਣਾਉਣਾ ਤਾਂ ਇਹਦਾ ਕਾਫੀ ਸਿੰਪਲ ਹੁੰਦਾ, ਠੀਕ ਹੈ। ਨੋਰਮਲੀ ਉੱਤੇ ਕੁਐਸਚਨਸ ਆ ਜਾਂਦੇ ਨੇ ਕਈ ਵਾਰ, ਜੇ ਤੁਸੀਂ ਨੋਰਮਲ ਐਮਾਜ਼ੋਨ ਜਾਂ ਕਿਸੇ ਇਸ ਦੇ ਇੰਟਰਵਿਊ ਦੇ ਵਿੱਚ ਬੈਠੇ ਹੋ, ਤਾਂ ਦੇ ਕੈਨ ਆਸਕ ਕੁਐਸਚਨਸ ਅਬਾਊਟ ਦਿਸ ਕਿ ਅਕਾਊਂਟ ਕਿਵੇਂ ਬਣਾਉਣਾ ਹੈ। ਉਹਦੇ 'ਚ 2-3 ਪ੍ਰੋਸੈਸ ਹੁੰਦੀ ਹੈ ਕਿ ਤੁਹਾਨੂੰ ਆਪਣਾ ਇੱਕ ਪੈਨ ਕਾਰਡ ਦੇਣਾ ਪੈਂਦਾ, ਆਪਣਾ ਇੱਕ ਕ੍ਰੈਡਿਟ ਕਾਰਡ ਦੇਣਾ ਪੈਂਦਾ, ਠੀਕ ਹੈ। ਓਕੇ। ਤੇ ਆਪਣੀ ਕੁਝ ਡਿਟੇਲਸ ਦੇਣੀਆਂ ਪੈਂਦੀਆਂ, ਜਿਵੇਂ ਆਪਣਾ ਪਹਿਲਾਂ ਤਾਂ ਨਾਮ ਤੇ ਈਮੇਲ ਵਗੈਰਾ ਹੋ ਗਿਆ, ਫਿਰ ਇੱਕ ਫ਼ੋਨ ਨੰਬਰ ਹੋ ਗਿਆ, ਤੇ ਉਹਦਾ 'ਚ ਇੱਕ ਪਲਾਨ ਚੂਜ਼ ਕਰਨਾ ਪੈਂਦਾ ਵਿਚ ਇਜ਼ ਆਈਦਰ ਫ੍ਰੀ ਟਾਇਰ, ਜਾਂ ਉਹਦੇ ਦੋ ਪਾਰਟ ਹੁੰਦੇ $19 ਪਰ ਮੰਥ ਤੇ $29 ਪਰ ਮੰਥ। ਇੱਕ ਹੁੰਦਾ ਬਿਜ਼ਨਸ ਓਕੇ ਡਿਵੈਲਪਮੈਂਟ, ਤੇ ਇੱਕ ਹੁੰਦਾ ਕੁਛ ਹੋਰ ਹੁੰਦਾ, ਠੀਕ ਹੈ। ਤਾਂ ਤੁਸੀਂ ਇਹ ਸਭ ਚੀਜ਼ਾਂ ਉਹ ਕਰ ਸਕਦੇ ਹੋ, ਮਤਲਬ ਜਦੋਂ ਅਕਾਊਂਟ ਬਣਾਓਗੇ ਦੇਖ ਸਕਦੇ ਹੋ। ਪ੍ਰੈਕਟਿਸ ਤੋਂ ਬਾਅਦ 'ਚ ਆਪਾਂ ਇੱਕ ਅਕਾਊਂਟ ਵਗੈਰਾ ਬਣਾਵਾਂਗੇ ਤਾਂ ਤੁਹਾਨੂੰ ਯਾਦ ਰਹਿ ਜਾਣਗੀਆਂ ਚੀਜ਼ਾਂ, ਠੀਕ ਹੈ। ਤੇ ਜਦੋਂ ਸਭ ਤੋਂ ਪਹਿਲਾਂ ਆਪਾਂ ਕਲਾਊਡ ਦੇ ਇਹਦੇ ਵਿੱਚ ਆਉਂਦੇ ਆਂਗੇ, ਠੀਕ ਹੈ, ਆਪਾਂ ਨੂੰ ਜੋ ਸਭ ਤੋਂ ਪਹਿਲੀ ਸਕਰੀਨ ਦਿਖਦੀ ਆ, ਦਿਸ ਇਜ਼ ਕਾਲਡ AWS ਮੈਨੇਜਮੈਂਟ ਕੰਸੋਲ,
ਠੀਕ ਹੈ AWS ਮੈਨੇਜਮੈਂਟ ਕੰਸੋਲ ਠੀਕ ਹੈ ਹਾਂ ਬ్రో ਇਹ ਤੁਹਾਡਾ ਕੰਸੋਲ ਹੁੰਦਾ ਆ ਦੇਖੋ ਲਿਖਿਆ ਹੋਇਆ ਕੰਸੋਲ ਹੋਮ ਠੀਕ ਹੈ ਇਹ ਪੂਰੀ ਚੀਜ਼ ਨੂੰ ਆਪਾਂ ਕੰਸੋਲ ਕਹਿੰਦੇ ਆਂਗੇ ਹੂੰ ਹੁਣ ਇਹ ਥੋੜਾ ਜਿਹਾ ਅਲੱਗ ਵੀ ਦਿਖ ਸਕਦਾ ਕੁਝ ਵੀ ਦਿਖ ਸਕਦਾ ਠੀਕ ਹੈ ਤੁਸੀਂ ਇਹਨੂੰ ਚੇਂਜਸ ਕਰ ਸਕਦੇ ਹੋ ਵੀ ਕਿਵੇਂ ਦਿਖਣਾ ਚਾਹੀਦਾ ਕੀ ਤੁਹਾਨੂੰ ਕੰਸੋਲ ਦੇ ਵਿੱਚ ਦਿਖਣਾ ਚਾਹੀਦਾ ਉਹ ਤੁਹਾਡੀ ਮਰਜ਼ੀ ਹੈ ਪਰ ਇਨੀਸ਼ੀਅਲੀ ਇਹ ਇਦਾਂ ਦਾ ਦਿੰਦਾ ਠੀਕ ਹੈ ਇਸ ਦੇ ਵਿੱਚ ਕੋਈ ਦਿੱਕਤ ਠੀਕ ਹੈ ਬ్రో ਹੁਣ ਨਹੀਂ। ਬੇਸਿਕਲੀ ਤੁਹਾਨੂੰ ਪਤਾ ਲੱਗ ਗਿਆ ਕੰਸੋਲ ਕੀ ਹੁੰਦਾ ਕੰਸੋਲ ਦੇ ਵਿੱਚ ਤੁਹਾਨੂੰ ਡਿਫਰੈਂਟ ਜੋ ਤੁਸੀਂ ਸਕਰੀਨ ਤੇ ਮੇਨ ਚੀਜ਼ਾਂ ਦਿਖਾਉਣੀਆਂ ਜਿਵੇਂ ਕਾਸਟ ਹੋ ਗਿਆ ਹੁਣ ਤੱਕ ਕਿੰਨਾ ਖਰਚਾ ਆ ਰਿਹਾ ਬੇਸਿਕਲੀ ਓਵਰਵਿਊ ਦਿੰਦਾ ਤੁਹਾਡੇ AWS ਦੇ ਅਕਾਊਂਟ ਦਾ ਠੀਕ ਹੈ ਠੀਕ ਹੈ AWS ਦੇ ਅਕਾਊਂਟ ਦਾ ਓਵਰਵਿਊ ਲੈਣ ਦੇ ਲਈ ਤੁਹਾਡਾ ਕੰਸੋਲ ਯੂਜ਼ ਹੁੰਦਾ ਠੀਕ ਹੈ ਤੇ ਬੇਸਿਕਲੀ ਉੱਤੇ ਐਪਲੀਕੇਸ਼ਨਸ ਕਿਹੜੇ ਰਨ ਹੋ ਰਹੀਆਂ ਉੱਥੇ ਰੀਸੈਂਟਲੀ ਆਪਾਂ ਕੀ ਵਿਜ਼ਿਟ ਕੀਤਾ ਇੱਥੇ ਫੇਵਰੇਟਸ ਦਾ ਕਾਲਮ ਵੀ ਆ ਜਾਂਦਾ ਇੱਕ ਠੀਕ ਹੈ ਹੂੰ ਇਹ ਸਭ ਚੀਜ਼ਾਂ ਆ ਜਾਂਦੀਆਂ ਤੁਹਾਡੇ ਕੰਸੋਲ ਦੇ ਵਿੱਚ ਦਿਖਦੀਆਂ ਨੇ ਠੀਕ ਹੁਣ ਇਹ ਸਭ ਚੀਜ਼ਾਂ ਤਾਂ ਤੁਹਾਡੇ ਕੰਸੋਲ ਜਾਓਗੇ ਆਪਾਂ ਹੌਲੀ ਦੇਖ ਲਾਂਗੇ ਕੀ ਚੀਜ਼ਾਂ ਨੇ ਠੀਕ ਹੈ ਤੁਸੀਂ ਇੱਕ ਇੱਥੇ ਦੇਖ ਰਹੇ ਹੋਗੇ ਇਹ ਤਾਂ ਮੇਰਾ ਅਕਾਊਂਟ ਹੋ ਗਿਆ ਇਹ ਬਾਕੀ ਸਾਰੀ ਜੋ ਵੀ ਆਪਾਂ ਬਿਲਿੰਗ ਕੋਟਾਸ ਵਗੈਰਾ ਹੋ ਗਏ ਉਹ ਚੀਜ਼ਾਂ ਹੋ ਗਈਆਂ ਠੀਕ ਹੈ ਇਹ ਚੀਜ਼ਾਂ ਮੈਨੂੰ ਦੱਸਣ ਦੀ ਲੋੜ ਨਹੀਂ ਤਾਂ ਕਾਫੀ ਸਿੰਪਲ ਜੀ ਆ ਇਹਦੇ ਸਾਈਡ ਤੇ ਜੋ ਚੀਜ਼ ਹੈ ਦਿਸ ਠੀਕ ਹੈ ਇਹਨੂੰ ਆਪਾਂ ਕਹਿੰਦੇ ਆ ਰੀਜਨਸ ਆਪਾਂ ਯਾਦ ਹੋਏਗਾ ਸੈਟਰਡੇ ਨੂੰ ਇੱਕ ਚੀਜ਼ ਪੜ੍ਹੀ ਸੀ ਰੀਜਨਸ ਹੂੰ ਰਾਈਟ ਹੁਣ ਇਹ ਰੀਜਨਸ ਨੇ ਇਹ ਸਾਰੇ ਜੋ ਤੁਹਾਡੇ ਨੇ AWS ਦੇ ਰੀਜਨਸ ਨੇ ਠੀਕ ਹੈ ਓਕੇ ਤਾਂ ਹੁਣ ਆਹ ਰੀਜਨਸ ਹਰ ਇੱਕ ਸਰਵਿਸ ਲਈ ਹੁੰਦੇ ਹੈਗੇ ਠੀਕ ਹੈ ਹਰ ਇੱਕ ਤੁਸੀਂ ਸਰਵਿਸ ਲਈ ਯੂਜ਼ ਕਰ ਸਕਦੇ ਹੋ ਇਹਨਾਂ ਰੀਜਨਸ ਨੂੰ ਤੇ ਕੀ ਕਹਿੰਦੇ ਹੁੰਦੇ ਹੈਗੇ ਮੈਂ ਕੀ ਕਹਿ ਰਿਹਾ ਸੀ ਏਸ਼ੀਆ ਪੈਸੀਫਿਕ ਏਸ਼ੀਆ ਹਾਂ ਬੇਸਿਕਲੀ ਹੁਣ ਦੇਖੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੇਖੋ ਹੁਣ ਮੈਂ ਬੈਠਾ ਇੰਡੀਆ 'ਚ ਮੇਰਾ ਕੰਟੀਨੈਂਟ ਕੀ ਹੋਇਆ ਏਸ਼ੀਆ ਠੀਕ ਹੈ ਸਭ ਤੋਂ ਕਲੋਜ਼ ਮੇਰੇ ਸਿਡਨੀ ਹੋਏਗਾ ਤੇ ਇਹਨਾਂ ਨੇ ਸਿਡਨੀ ਰੀਜਨ ਦੇ ਵਿੱਚ ਪਾਇਆ ਹੋਇਆ ਹਾਲੇ ਹੂੰ ਠੀਕ ਹੈ ਤਾਂ ਕਿ ਮੇਰੀ ਲੇਟੈਂਸੀ ਘੱਟ ਹੈ ਹੁਣ ਜਿਵੇਂ ਆਪਾਂ ਲਾਸਟ ਟਾਈਮ ਡਿਸਕਸ ਕੀਤੀ ਸੀ ਇਹ ਮੇਰੇ ਕਾਫੀ ਕਲੋਜ਼ ਹੈ ਤਾਂ ਇਹਦੇ ਕਰਕੇ ਮੇਰੀ ਲੇਟੈਂਸੀ ਘੱਟ ਆਉਂਦੀ ਹੈ ਠੀਕ ਹੈ ਹੁਣ ਜੋ ਚੀਜ਼ ਦੇ ਤੁਸੀਂ ਜ਼ਿਆਦਾ ਕਲੋਜ਼ ਹੁੰਦੇ ਹੋ ਉਹ ਚੀਜ਼ ਦੀ ਲੇਟੈਂਸੀ ਉਹਦੇ ਹਿਸਾਬ ਨਾਲ ਆਉਂਦੀ ਜਿੰਨੇ ਤੁਸੀਂ ਉਹਦੇ ਕਲੋਜ਼ ਹੋ ਠੀਕ ਹੈ ਜੈਸੇ ਮੁੰਬਈ ਪਾਈਏ ਤਾਂ ਵੀ ਯਾਰ ਕਲੋਜ਼ ਹੀ ਹੋਣਾ ਮੁੰਬਈ ਵੀ ਕਲੋਜ਼ ਹੀ ਹੈ ਵੀਰੇ ਇਹਦੇ ਵਿੱਚ ਮੁੰਬਈ ਵੀ ਜ਼ਿਆਦਾ ਕਲੋਜ਼ ਹੈ ਮੁੰਬਈ ਤਾਂ ਇਹਨੇ ਮੁੰਬਈ ਪਤਾ ਨਹੀਂ ਕਿਉਂ ਇਹਨੇ ਆਪਣੇ ਆਪ ਹੀ ਥੋੜਾ ਲੌਗਇਨ ਆਈਪੀ ਤੋਂ ਚੈੱਕ ਕਰ ਲੈਣਾ ਵੀ ਨੇੜੇ ਕਿਹੜਾ ਹਨਾ ਮੋਸਟ ਪ੍ਰੋਬਬਲੀ ਐਂ ਕਰਦਾ ਹੁੰਦਾ ਇਹ ਠੀਕ ਹੈ ਹੁਣ ਮੇਰਾ ਦੇਖੋਗੇ ਮੈਂ ਉੱਤੇ ਕਲਿੱਕ ਕੀਤਾ ਹੁਣ ਇਹਨੇ ਮੇਰਾ ਰੀਜਨ ਕਰ ਦੇਣਾ ਮੁੰਬਈ ਠੀਕ ਹੈ ਤੇ ਆਪਣਾ ਇਹ ਚੀਜ਼ ਹੋ ਗਿਆ ਹੁਣ ਇਹਦੇ ਵਿੱਚ ਹੋਗਾ ਕਿ ਤੁਸੀਂ ਕਿਸੇ ਆਸਟ੍ਰੇਲੀਆ ਦੇ ਬੰਦੇ ਨੂੰ ਘੱਟ ਲੇਟੈਂਸੀ ਦੇਣੀ ਹੈ ਤਾਂ ਤੁਸੀਂ ਆਸਟ੍ਰੇਲੀਆ ਦਾ ਸਰਵਰ ਚੂਜ਼ ਕਰੋਗੇ ਆਸਟ੍ਰੇਲੀਆ ਦੇ ਨੇੜੇ ਜਿਹੜਾ ਵੀ ਸਰਵਰ ਹੈ ਇਹਦੇ ਇੱਕ ਮੈਪ ਹੁੰਦਾ ਜੇ ਮੇਰੇ ਕੋਲ ਪਿਆ ਹੋਵੇ ਦੇਖੀਏ ਆਪਾਂ AWS ਰੀਜਨ ਮੈਪ ਇਹ ਤਾਂ ਪੂਰਾ ਆਸਟ੍ਰੇਲੀਆ ਦੇ ਵਿੱਚ ਕੀ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਸੀਗਾ ਮੇਰੇ ਹਿਸਾਬ ਨਾਲ ਤਾਂ ਇੱਕ ਹੈਗਾ ਮੈਲਬੌਰਨ 'ਚ ਤੇ ਸਿਡਨੀ ਦੋ ਨੇ ਹੁੰਦੇ ਦੋ ਨੇ ਇਹਨਾਂ ਦੇ ਓਕੇ ਇਹ ਤਾਂ ਪ੍ਰੋਪਰ ਮੈਪ ਕਿੱਥੇ ਹੈ ਵੱਡਾ ਸਾਰੇ ਰੀਜਨ ਆ ਬ్రో ਇਹਨਾਂ ਦਾ ਆ ਚੀਜ਼ ਹੈ ਇੰਨੇ ਰੀਜ਼ਨਸ ਨੇ ਹੁੰਦੇ ਨੇ ਇਹ 'ਚ ਠੀਕ ਹੈ ਠੀਕ ਹੈ ਬੇਸਿਕਲੀ ਤੁਸੀਂ ਹੁਣ ਜਿਵੇਂ ਆਸਟ੍ਰੇਲੀਆ ਨੂੰ ਦੇਣਾ ਤਾਂ ਆਸਟ੍ਰੇਲੀਆ ਦੇ ਇੱਥੇ ਨੇੜੇ ਆ ਤਾਂ ਮਤਲਬ ਤੁਹਾਨੂੰ ਮੇਨ ਜੋ ਯਾਦ ਰੱਖਣੇ ਇੱਕ US ਦੇ ਹੁੰਦੇ ਹੈਗੇ ਠੀਕ ਹੈ ਇੱਕ ਤੁਹਾਡਾ ਆਸਟ੍ਰੇਲੀਆ ਯਾਦ ਰੱਖਣਾ ਇੱਕ ਏਸ਼ੀਆ ਦਾ ਯਾਦ ਰੱਖਣਾ ਏਸ਼ੀਆ ਦਾ ਠੀਕ ਹੈ ਯੂਰਪ ਵੀ ਵੈਸੇ ਦੇਖ ਸਕਦੇ ਹੋ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਹੁਣ ਜਿਵੇਂ ਇਹਨਾਂ ਦੇ ਵਿੱਚ ਕੀ ਹੁੰਦਾ ਹੈਗਾ ਕਿ ਲੈਟਸ ਸੇ ਹਰੇਕ ਰੀਜਨ ਦੇ ਵਿੱਚ ਸਾਰੀ ਸਰਵਿਸਿਜ਼ ਅਵੇਲੇਬਲ ਨਹੀਂ ਹੁੰਦੀਆਂ ਠੀਕ ਹੈ ਹੁਣ ਜਿਵੇਂ ਮੈਂ ਮੁੰਬਈ ਦੇ ਵਿੱਚ ਮੈਨੂੰ ਸ਼ਾਇਦ ਸਾਰੀ ਸਰਵਿਸਿਜ਼ ਨਾ ਦੇਣ ਇਹ ਕਿਉਂਕਿ ਮੁੰਬਈ ਦੇ ਵਿੱਚ ਜਿੰਨੇ ਸਰਵਿਸਿਜ਼ ਹੋਣਗੀਆਂ ਮੈਨੂੰ ਉਹੀ ਯੂਜ਼ ਕਰ ਪਾਊਂਗਾ ਮੈਂ ਠੀਕ ਹੈ ਜੇ ਕਿਤੇ ਐਗਜ਼ਾਮਪਲ ਮੈਨੂੰ ਤਾਂ ਮਿਲਦਾ ਮੈਂ ਤੁਹਾਨੂੰ ਦਿਖਾਊਂਗਾ ਕਿ ਜਿੱਥੇ ਵੀ ਅਨਅਵੇਲੇਬਲ ਹੋਈਆਂ ਤਾਂ ਮੈਂ ਉੱਥੇ ਇੱਕ ਵਾਰ ਹਰ ਵਾਰ ਰੀਜਨ ਚੈੱਕ ਕਰਕੇ ਆਪਾਂ ਦੇਖ ਲਾਂਗੇ ਕਿੱਥੇ ਕੀ ਅਵੇਲੇਬਲ ਨਹੀਂ ਹੈ ਮਤਲਬ ਕਿਸੇ ਮੈਂ ਸਰਵਿਸ 'ਤੇ ਜਦੋਂ ਮੈਂ ਨੈਵੀਗੇਟ ਕਰੂੰਗਾ ਉੱਥੇ ਮੈਂ ਰੀਜਨ 'ਤੇ ਕਲਿੱਕ ਕਰੂੰਗਾ ਉੱਥੇ ਮੈਨੂੰ ਇੱਥੇ ਇਹ ਲਾਈਟ ਗ੍ਰੇ 'ਚ ਦਿਖਾਏਗਾ ਕਿਉਂਕਿ ਅਨਅਵੇਲੇਬਲ ਹੋਏਗਾ ਜਾਂ ਕੋਈ ਜਿਵੇਂ ਵੀ ਅਨਅਵੇਲੇਬਲ ਹੋਏਗੀ ਉਹ ਮੈਨੂੰ ਅਨਅਵੇਲੇਬਲ ਦਿਖਾਏਗੀ ਤਾਂ ਆਪਾਂ ਨੇ ਕੋਲ ਰੀਜਨ ਬੇਸਡ ਸਰਵਿਸਿਜ਼ ਵੀ ਹੁੰਦੀਆਂ ਕਿ ਆਪਾਂ ਸਾਰੇ ਰੀਜਨ ਦੇ ਲਈ ਆਪਾਂ ਨੂੰ ਸਾਰੇ ਸਰਵਿਸਿਜ਼ ਨਹੀਂ ਮਿਲਦੀਆਂ ਠੀਕ ਹੈ ਬਿਲਕੁਲ ਠੀਕ ਹੈ
ਹੁਣ ਇਹਦੇ ਨਾਲ ਆਪਾਂ ਨੂੰ ਕੀ ਪਤਾ, ਇੱਕ ਤਾਂ ਲੇਟੈਂਸੀ ਦੇ ਲਈ ਆਪਾਂ ਨੂੰ ਕਲੋਜ਼ੈਸਟ ਰੀਜਨ ਚੁਣਨਾ ਪੈਂਦਾ ਜਿੱਥੇ ਵੀ ਆਪਾਂ ਕਰਨਾ, ਤਾਂ ਆਪਾਂ ਅਲੱਗ-ਅਲੱਗ ਰੀਜਨ ਦੇ ਵਿੱਚ ਅਲੱਗ-ਅਲੱਗ ਸਰਵਰ ਡਿਪਲੋਏ ਕਰ ਦਿੰਦੇ ਹਾਂ। ਮੋਸਟਲੀ ਕੰਪਨੀਜ਼ ਦੇ ਤੁਹਾਨੂੰ ਕੁਐਸਚਨ ਪੁੱਛਣਗੀਆਂ ਕਿ ਮੈਂ ਆਸਟ੍ਰੇਲੀਆ ਦੇ ਵਿੱਚ ਦਿੱਤਾ ਤੇ ਮੇਰਾ ਸਰਵਰ ਅਮਰੀਕਾ ਦੇ ਵਿੱਚ, ਉਹਨਾਂ ਨੂੰ ਲੇਟੈਂਸੀ ਆ ਰਹੀ ਹੈ, ਵਾਟ ਇਜ਼ ਦਾ ਸੋਲੂਸ਼ਨ। ਤਾਂ ਇਹਦਾ ਸੋਲੂਸ਼ਨ ਹੋਏਗਾ ਦੈਟ ਵਿਲ ਓਪਨ ਅਪ ਅ ਸਰਵਰ ਇਨ ਦਾ ਆਸਟ੍ਰੇਲੀਆ ਰੀਜਨ, ਠੀਕ ਹੈ, ਸੋ ਦੈਟ ਦੇ ਗੈਟ ਲੈਸ ਲੇਟੈਂਸੀ। ਤੁਹਾਨੂੰ ਦੋ ਓਕੇ ਟਰਮਸ ਦੱਸਦਾ ਮੈਂ, ਇੱਕ ਹੁੰਦੀ ਹੈ ਲੇਟੈਂਸੀ, ਇੱਕ ਹੁੰਦਾ ਥਰੂਪੁੱਟ। ਥਰੂਪੁੱਟ ਠੀਕ ਠੀਕ ਹੈ ਹੈ, ਤੁਸੀਂ ਸੁਣੀ ਹੋਣੀ ਹੈ ਕਿ ਵਾਟ ਇਜ਼ ਲੇਟੈਂਸੀ। ਲੇਟੈਂਸੀ ਹੁੰਦੀ ਹੈ ਤੁਹਾਡੀ ਸਪੀਡ, ਕਿ ਮਤਲਬ ਕਿੰਨੀ ਛੇਤੀ ਤੁਹਾਨੂੰ ਡੇਟਾ ਆ ਰਿਹਾ, ਮਤਲਬ ਕਿੰਨੀ ਤੁਹਾਡਾ ਬੇਸਿਕਲੀ ਕੀ ਕਹਿੰਦੇ ਉਹਨੂੰ, ਗੈਪ ਪੈ ਰਿਹਾ ਤੁਹਾਡੇ ਨੈਟਵਰਕ ਦੇ ਵਿੱਚ, ਜਾਂ ਤੁਹਾਡੀ ਮਤਲਬ ਕਿੰਨੀ ਜ਼ਿਆਦਾ ਸਪੀਡ ਆ ਰਹੀ ਹੈ, ਠੀਕ ਹੈ, ਉਹਨੂੰ ਲੇਟੈਂਸੀ ਕਹਿ ਦਿੱਤਾ ਜਾਂਦਾ ਬਸ। ਤੇ ਠੀਕ ਹੈ bro। ਥਰੂਪੁੱਟ ਹੁੰਦਾ ਕਿ ਤੁਹਾਨੂੰ ਕਿੰਨਾ ਡੇਟਾ ਇੱਕ ਸੈਕਿੰਡ ਦੇ ਵਿੱਚ ਭੇਜ ਸਕਦਾ ਮੈਕਸ, ਠੀਕ ਹੈ। ਇਹ ਦੋ ਚੀਜ਼ਾਂ ਹੁੰਦੀਆਂ ਨੇ ਕਿ ਇੱਕ ਸੈਕਿੰਡ ਦੇ ਵਿੱਚ ਕਿੰਨਾ ਡੇਟਾ ਮੈਕਸ ਭੇਜ ਸਕਦਾ ਹੈ, ਉਹ ਮਤਲਬ ਆਊਟਪੁੱਟ ਕਿੰਨਾ ਦੇ ਸਕਦਾ। ਤੇ ਲੇਟੈਂਸੀ ਤੇ ਥਰੂਪੁੱਟ ਸੇ ਦੋ ਚੀਜ਼ਾਂ ਹੋ ਗਈਆਂ। ਠੀਕ ਹੈ ਠੀਕ bro। ਹੈ, ਹੁਣ ਆਪਾਂ ਨਾ ਇਹ ਚੀਜ਼ ਹੋ ਗਈ ਮੇਨ। ਇੱਕ ਤਾਂ ਹੈਂਗ ਹੋ ਜਾਂਦਾ ਮੇਰਾ ਲੈਪਟਾਪ ਥੋੜਾ ਜਿਹਾ, ਕਾਫੀ ਕੁਝ ਚੱਲਦਾ ਰਹਿੰਦਾ। ਇਹ ਕਿਵੇਂ ਕਰਦੇ ਆ, ਹਾਂ ਜਿਹੜਾ ਵੀ ਆਪਾਂ ਇਹਦੇ ਸਿਲੈਕਟ ਕਰਾਂਗੇ ਰੀਜਨ, ਉਸੇ ਰੀਜਨ 'ਚ ਆਪਾਂ ਆਪਣੇ ਕੋਈ VM ਬਣਾਵਾਂਗੇ ਤੇ ਉਸ ਰੀਜਨ 'ਚ ਸਿੱਧਾ ਡਿਪਲੋਏ ਹੋ ਜਾਏਗਾ। ਹਾਂ, ਉਸ ਰੀਜਨ 'ਚ ਡਿਪਲੋਏ ਹੋ ਜਾਏਗਾ। ਉਹ ਯਾਰ ਦਿਸ ਇਜ਼ ਗੁੱਡ ਰੀਅਲੀ, ਹੈ ਨਾ। ਨਹੀਂ ਤਾਂ ਜਨਰਲੀ, ਨਹੀਂ ਤਾਂ ਜਦ VM ਬਣਾਉਂਦੇ ਆ ਫਿਰ ਜੇ ਆਪਾਂ ਨੂੰ ਸਿਲੈਕਟ ਕਰਨਾ ਪੈਂਦਾ ਕਿਹੜੇ ਰੀਜਨ 'ਚ ਲਾਣਾ ਕਿਹੜੇ ਨਹੀਂ ਲਾਣਾ, ਹੈ ਨਾ। ਹਾਂ ਨਹੀਂ, ਉਹ ਵੀ ਆਪਾਂ ਕਰ ਸਕਦੇ ਹਾਂ, ਬਟ ਨਾਰਮਲੀ ਇੱਦਾਂ ਵੀ ਹੋ ਜਾਂਦਾ ਕਿ ਆਪਾਂ ਸਾਰੀ ਸਰਵਿਸਿਜ਼ ਇਹ ਯੂਜ਼ ਕਰਾਂਗੇ, ਠੀਕ ਹੈ। ਹੁਣ ਲੈਟ ਮੀ ਸ਼ੋ ਯੂ ਸਰਵਿਸਿਜ਼, ਠੀਕ ਹੈ। ਆਪਾਂ ਇੱਥੇ ਸਰਚ ਦਾ ਆਪਸ਼ਨ ਮਿਲ ਜਾਂਦਾ ਆਪਾਂ ਨੂੰ ਸਰਵਿਸਿਜ਼ ਦੇ ਲਈ, ਠੀਕ ਹੈ, ਕੁਝ ਆ ਨਹੀਂ ਰਿਹਾ। ਤੇ ਇੱਥੇ ਮੈਨੂੰ ਨਾਰਮਲ ਇੱਕ ਉਹ ਵੀ ਮਿਲ ਜਾਂਦਾ ਕਿ ਪੂਰੇ ਇੱਕ ਸਰਵਿਸਿਜ਼ ਦਾ ਫੀਚਰ ਮਿਲ ਗਿਆ ਮੈਨੂੰ। ਲੈਟ ਮੀ ਸਿਲੈਕਟ ਆਲ ਸਰਵਿਸਿਜ਼, ਇਹਦੇ ਤੁਹਾਨੂੰ ਸਾਰੇ ਸਰਵਿਸਿਜ਼ ਦਿਸ ਜਾਣਗੀਆਂ। ਫੇਵਰੇਟਸ ਦੇ ਵਿੱਚ ਫੇਵਰੇਟਸ ਆ ਜਾਣਗੀਆਂ, ਆਲ ਐਪਲੀਕੇਸ਼ਨ। ਇੱਥੇ EC2 ਕਿੱਥੇ ਮੇਰਾ, ਸੈਟੇਲਾਈਟ ਸਟੋਰੇਜ ਸਰਵਿਸਿਜ਼ ਦੇਖ ਲੈਣਾ। ਸਟੋਰੇਜ ਸਰਵਿਸ ਆਪਾਂ ਨੂੰ S3 ਮਿਲ ਜਾਂਦੀ, ਜੋ ਆਪਾਂ ਲਾਸਟ ਟਾਈਮ ਇੱਕ ਵਾਰ ਦੇਖੀ ਸੀ, ਠੀਕ ਹੈ। ਅੱਛਾ, ਆਪਾਂ ਦੇਖਿਆ ਨਹੀਂ ਸੀ ਸਰਵਿਸਿਜ਼, ਨਹੀਂ ਦੇਖੇ ਸੀ ਆਪਾਂ ਲਾਸਟ ਟਾਈਮ ਇੱਥੇ ਕੁਇਟ ਕਰਤਾ ਸੀ, ਬੰਦ ਕਰਤਾ ਸੀ। ਕੋਈ ਨਾ, ਆਪਾਂ ਹੌਲੀਡੇ ਡਿਸਕਸ ਕਰ ਲਾਂਗੇ, ਹੌਲੀਡੇ ਡਿਸਕਸ ਕਰ ਲਾਂਗੇ। ਸਟੋਰੇਜ ਆਪਾਂ ਕੰਪਿਊਟਰ ਦੇ ਵਿੱਚ ਆਪਾਂ ਨੂੰ ਮਿਲ ਜਾਏਗਾ EC2 ਆਪਾਂ ਦੇਖ ਲਿਆ ਸੀ, ਠੀਕ ਹੈ। ਹੁਣ EC2 ਤੇ ਜਦੋਂ ਤੁਸੀਂ ਰਾਈਟ ਤੇ ਕਲਿੱਕ ਕਰੋਗੇ ਇੱਥੇ, ਇਹ ਤੁਹਾਡਾ ਫੇਵਰੇਟਸ 'ਚ ਆ ਜਾਏਗਾ, ਠੀਕ ਹੈ। ਹੁਣ ਇਹ ਸਾਰੇ ਤੁਹਾਨੂੰ ਕੰਪਿਊਟਰ ਦੇ ਵਿੱਚ ਮਿਲਦੀਆਂ ਨੇ ਜੋ ਵੀ ਚੀਜ਼ਾਂ ਨੇ। ਆਪਾਂ ਬਸ ਇੱਕ EC2 ਯੂਜ਼ ਕਰਾਂਗੇ। EC2 ਇਹ ਇੱਕ ਵਾਰ EC2 ਦੇਖ ਲਾਂਗੇ ਤੇ ਇਲਾਸਟਿਕ ਬੀਨਸਟੌਕ ਦੇਖ ਲਾਂਗੇ, ਮੋਸਟ ਪ੍ਰੋਬਬਲੀ ਲੈਮਡਾ ਵੀ ਦੇਖ ਲਾਂਗੇ, ਠੀਕ ਹੈ। ਇਹ ਚੀਜ਼ਾਂ ਦੇਖਾਂਗੇ, ਇਹ ਮੇਨ ਹੁੰਦੀਆਂ, ਠੀਕ ਹੈ। ਹੁਣ ਦੇਖੋ EC2 ਮੇਨ ਆ ਮੇਰਾ, ਉੱਥੇ ਆ ਗਿਆ, ਕਲਿੱਕ ਹੋ ਗਿਆ, ਗੁੱਡ। ਰਨ ਐਂਡ ਮੈਨੇਜ ਵੈਬ ਐਪਲੀਕੇਸ਼ਨ। ਇਲਾਸਟਿਕ ਬੀਨਸਟੌਕ ਇਹ ਪਲੇਟਫਾਰਮ ਐਜ਼ ਅ ਸਰਵਿਸ ਹੈ ਨਾ। ਯੈਸ ਆਈ ਥਿੰਕ ਸੋ, ਇਹ ਮੈਂ ਭੁੱਲ ਚੁੱਕਿਆ। ਦਿਸ ਇਜ਼ ਮੋਸਟ ਇਹ ਪ੍ਰੋਬਬਲੀ ਐਕਚੁਅਲੀ ਪਲੇਟਫਾਰਮ ਤੁਹਾਡੀ ਐਜ਼ ਸਿੱਧੀ ਸਰਵਿਸ ਹੈ। ਹੀ ਇਹਦੇ ਸਿੱਧੀ ਆਪਣੀ ਐਪਲੀਕੇਸ਼ਨ ਡਿਪਲੋਏ ਕਰੋ ਤੇ ਤੁਹਾਨੂੰ URL ਦੇ ਦੇਗਾ, ਉੱਥੇ ਚੱਲ ਪਏਗੀ ਐਪ ਤੁਹਾਡੀ, ਹੈ ਨਾ। ਸ਼ਾਇਦ ਇਹਦੇ ਹੁੰਦਾ, ਆਪਾਂ ਨੂੰ ਇੱਕ ਵਾਰ ਦੇਖਣਾ ਪਏਗਾ। ਇਲਾਸਟਿਕ ਬੀਨਸਟੌਕ ਮੈਂ ਜ਼ਿਆਦਾ ਹਾਂ ਯੂਜ਼ ਨਹੀਂ ਕੀਤਾ, ਮੋਸਟਲੀ EC2 ਯੂਜ਼ ਹੁੰਦਾ, ਠੀਕ ਹੈ। ਓਕੇ ਇਹ ਸਿਮਿਲਰ ਨਵਦੀਪ ਬ్రో, ਇਹ ਸਿਮਿਲਰ ਹੈਗਾ ਜਿਵੇਂ ਆਪਣੇ ਐਜ਼ਰ ਦੀ ਹੁੰਦੀ ਹੈ ਐਪ ਸਰਵਿਸਿਜ਼, ਓਕੇ। ਉਹਦੇ ਨਾਲ ਬਿਲਕੁਲ ਸੇਮ ਹੈ। ਹਾਂ ਇਹ ਬੀਨਸਟੌਕ, ਬਿਲਕੁਲ ਉਹੀ ਹੈ। ਬੀਨਸਟੌਕ, ਯੈਸ ਬ్రో। ਅਗਰ ਓਕੇ। ਅਗਰ ਜੇ ਤੁਸੀਂ ਕਹਿ ਰਹੇ ਹੋ ਉਹ ਚੀਜ਼ ਹੈਗੀ ਹੈ, ਹੈ ਨਾ। ਆਈ ਡੋਂਟ ਥਿੰਕ ਤੁਸੀਂ ਸੋ ਬਿਲਕੁਲ ਸਿੱਧਾ ਉਹਦਾ ਡਿਪਲੋਏ ਕਰ ਸਕਦੇ ਹੋ। ਤੁਹਾਨੂੰ ਸਿੱਧਾ ਡਿਪਲੋਏ ਦਾ ਲਿੰਕ ਤਾਂ ਸ਼ਾਇਦ ਹੀ ਦਵੇ ਇਹ, ਠੀਕ ਹੈ, ਜਿੰਨਾ ਮੈਨੂੰ ਪਤਾ। ਨਹੀਂ ਇਹੀ ਹੈ ਬ్రో, ਇਹੀ ਆ ਦੇਖੋ। You ਦੇਖਦਾ simply ਮੈਂ। upload your code and Elastic will automatically handle deployment। ਇਹ ਉਹੀ ਹੈ bro, ਬਿਲਕੁਲ ਐਜਰ ਉਹਦੇ ਐਪ ਸਰਵਿਸ ਵਰਗਾ ਹੈ ਇਹ। ਠੀਕ ਹੈ। ਹਾਂ ਇਹਦਾ ਕੰਮ ਇਹੀ ਹੈ। ਜਦ ਤੁਸੀਂ ਕ੍ਰੀਏਟ ਕਰੋ ਨਾ ਐਪਲੀਕੇਸ਼ਨ, ਇਹਨੇ ਸਿੱਧਾ ਪੁੱਛ ਲੈਣਾ ਤੁਸੀਂ ਕਿਹੜੀ ਲੈਂਗੁਏਜ 'ਚ ਕਰ ਰਹੇ ਹੋ ਡਿਵੈਲਪ, ਤੁਹਾਨੂੰ ਕੀ ਚਾਹੀਦਾ, ਹੈ ਨਾ। এনवायरमेंट ਨੇਮ ਤੇ ਆ ਦੇਖੋ ਆ ਡੋਮੇਨ ਆ ਗਈ, ਦੇਖ bro, ਆ ਦੇਖ ਆ ਦੇਤੀ ਇਹਨਾਂ ਨੇ ਸਿੱਧੀ। ਅੱਛਾ, ਇਹ ਬਹੁਤ, ਹਾਂ ਜਿਵੇਂ ਤੁਸੀਂ ਕੋਈ HTML ਕੋਡ ਵੀ ਲਿਖ ਦੋਗੇ ਨਾ ਸੈਂਪਲ ਅਪਲੋਡ ਹਾਂ ਉਹ ਕਰਕੇ, ਇਹਨੇ ਕਰ ਸਿੱਧੀ ਦੇਗਾ, ਚਲਾ ਉਹ ਦੇਣਾ। ਸ਼ਾਇਦ ਚਲਾ ਦੇਣਾ ਇਹਨੇ, ਠੀਕ ਹੈ। ਹਾਂ ਇਹ ਸਿੱਧਾ ਚਲਾ ਦਿੰਦਾ ਹੈ। ਬੜਾ ਬੜਾ ਵਧੀਆ ਹੈ, ਬਹੁਤ ਵਧੀਆ ਟੂਲ ਹੈ ਯਾਰ ਇਹ bro। ਯਾ bro go ahead। ਹਾਂ, ਤੇ ਹੁਣ ਆਪਾਂ ਇੱਕ ਕਰ ਲਿਆ ਬੇਸਿਕਲੀ। ਹੁਣ ਆਪਾਂ ਇਹ ਸਭ ਇਹਦਾ ਸਟਾਰਟਿੰਗ ਆਪਾਂ ਕੰਸੋਲ ਦੇਖ ਲਿਆ ਕਿ ਆਪਾਂ ਨੂੰ ਇੱਥੇ ਸਾਰੇ ਸਰਵਿਸਿਜ਼ ਮਿਲ ਜਾਂਦੇ, ਆਪਾਂ ਇਹ ਤੋਂ ਸਰਚ ਕਰ ਸਕਦੇ ਹਾਂ, ਠੀਕ ਹੈ। ਇਹ ਤੁਹਾਡਾ ਸੀ ਪੂਰਾ ਵਾਟ ਇਜ਼ Amazon ਮੈਨੇਜਮੈਂਟ ਕੰਸੋਲ, ਠੀਕ ਹੈ। ਓਕੇ, ਹੁਣ ਆਪਣੇ ਕੋਲ ਆਈ ਥਿੰਕ ਸੋ ਇਹਦੇ ਰਿਲੇਟਡ ਇੱਕ ਉਹ ਹੋਏਗਾ ਅਸੈਸਮੈਂਟ, ਆਪਾਂ ਇਕੱਠੇ ਬਹਿ ਕੇ ਦੇਖ ਲੈਂਦੇ ਹੈਗੇ। ਕੁਝ ਮਿਸ ਹੋ ਗਿਆ ਹੋਗਾ, ਉਹ ਦੱਸ ਦੇਗਾ ਆਪਣੇ ਕੋਲ ਕੀ ਮਿਸ ਹੋਏਗਾ, ਠੀਕ ਹੈ।
ठीक है अपना वो कितने गया मैनू एक और देख लें दो फाइनल असेसमेंट मॉड्यूल्स अपने को ये है पीसी हैंक ठीक है फाइनल असेसमेंट आप मैं स्टार्ट कर रहा नहीं क्लिक हो रहा कुछ बंद करना पैना मैनू ट्राई करो कि तुम आंसर करो ठीक है मतलब मैं भी गलत दे सकता आप ट्राई ही करते की आएगा फाइनल असेसमेंट नेक्स्ट टू बिगिन फाइनल असेसमेंट AWS रीजन स्टेटमेंट बेस्ट डिस्क्राइब्स एन AWS रीजन ठीक है these three discrete data center with redundant power networking ਹੁਣ ਇਹਦੇ ਚ ਕੀ ਆਨਸਰ ਕਰੀਏ ਆਪਾਂ ਰੁਕ ਜਾਓ ਟਰਾਈ ਤੁਹਾਡਾ ਆਨਸਰ ਕੀ ਹੋਏਗਾ ਦਲੀ one of the least three discrete 200 power network with geography location bro first वाला होएगा ਮੈਨੂੰ ਵੀ ਫਸਟ ਲੱਗ ਰਿਹਾ ਹੈਗਾ ਮੈਨੂੰ ਵੀ ਮਸਲਾ ਲੱਗ ਰਿਹਾ ਲੈਟਸ ਸੀ that is incorrect try again ਲਾਸਟ ਹੈ second होना ਲਾਸਟ ਵੀ ਗਲਤ ਹੈ second होना bro ਉਹਨੇ ਹਟਾਤਾ ਕੋਈ ਨਹੀਂ ਓ ਸ਼ਿਟ which statement best describes what happens when you stop an EC2 instance when you stop an EC2 instance acha you will still be charged for computing but not volume resource you will still be charged for computing but not volume ਆਖਰੀ ਹੋ ਰਿਹਾ ਬ੍ਰੋ you will no longer be charged for it ਨਹੀਂ ਆਹ ਹੋਣਾ ਚਾਹੀਦਾ ਥਰਡ ਕਿਉਂਕਿ ਆਪਾਂ ਇੱਕ still charge EC2 instance ਆਪਣੇ ਕੰਪਿਊਟਿੰਗ ਇੰਸਟੈਂਸ ਬੰਦ ਕੀਤਾ ਆਪਾਂ ਇੱਕ ਸਟੋਰੇਜ ਇੰਸਟੈਂਸ ਨਹੀਂ ਬੰਦ ਕੀਤਾ ਓਕੇ ਠੀਕ ਹੈ ਵੀਰੇ ਲੈਟਸ ਸੀ yeah ਕਰੈਕਟ ਠੀਕ ਹੈ ਕਿਉਂਕਿ ਆਪਾਂ ਇਹਦੇ ਵਿੱਚ ਹਰੇਕ ਚੀਜ਼ ਅੱਡ ਅੱਡ ਹੁੰਦੀ ਹੈ ਠੀਕ ਹੈ ਆਪਣੀ ਸਟੋਰੇਜ ਆਪਾਂ ਨੂੰ ਅਲੱਗ ਮਿਲਦੀ ਆ ਆਪਾਂ ਨੂੰ ਕੰਪਿਊਟਿੰਗ ਅੱਡ ਮਿਲਦੀ ਹੈ ਠੀਕ ਹੈ ਆਪਾਂ ਨੂੰ ਹਰੇਕ ਚੀਜ਼ ਅੱਡ ਮਿਲਦੀ ਹੈ ਤੇ ਹੁਣ ਆਪਾਂ EC2 ਬੰਦ ਕੀਤਾ EC2 ਕਿਹਦਾ ਸੀ ਆਪਣੇ ਕੋਲ ਕੰਪਿਊਟ ਦਾ ਸੀ ਰਾਈਟ compute मतलब कि what do you mean ਕੰਪਿਊਟ ਮਤਲਬ ਯਾਰ ਬੇਸਿਕਲੀ ਆਪਾਂ ਨੂੰ ਇੱਕ GPU ਮਿਲ GPU ਨਹੀਂ ਇੱਕ CPU ਮਿਲ ਜਾਂਦਾ ਹੁਣ CPU ਦੇ ਵਿੱਚ ਆਪਣੇ ਕੋਲ ਆਪਾਂ ਜਿਵੇਂ ਕਹਿੰਦੇ ਆ ਵੀ Core i7 ਹੋ ਗਿਆ ਜਾਂ ਇਹ ਚੀਜ਼ਾਂ ਹੋ ਗਈਆਂ ਆਪਣੇ ਉਹਨੂੰ ਕੰਪਿਊਟ ਕਹਿੰਦੇ ਹੁੰਦੇ ਆਪਾਂ ਠੀਕ ਹੈ ਆਪਾਂ ਨੂੰ ਕੁਝ ਕੋਰਸ ਮਿਲਦੇ ਨੇ ਜਾਂ ਉਹ ਸਭ ਚੀਜ਼ਾਂ ਮਿਲਦੀਆਂ ਨੇ ਆਪਾਂ ਨੂੰ RAM ਮਿਲਦੀ ਹੈ ਇਹ ਸਭ ਚੀਜ਼ਾਂ ਕੰਪਿਊਟਰ ਦੇ ਵਿੱਚ ਆਉਂਦੀਆਂ ਹੁਣ ਸਟੋਰੇਜ ਦੇ ਵਿੱਚ ਥੋੜੀ ਨਾਰਮਲ ਸਟੋਰੇਜ ਆ ਜਾਂਦੀ ਹੈ ਜੋ ਆਪਣੇ SSD ਹੋ ਗਈ ਜਾਂ HDD ਹੋ ਗਈ ਠੀਕ ਹੈ which about region and availability zone is correct each region consists of more than one availability zone regions ਇਹਦਾ ਤਾਂ ਹੀ ਹੋਊਗਾ ਸੈਕੰਡ ਦਾ ਲੱਗਦਾ ਬ్రో ਮੈਨੂੰ ਮੋਰ ਦੈਨ ਕਿਉਂਕਿ ਇੰਡੀਆ 'ਚ ਫਿਰ ਇੱਕ ਹੀ ਹੈ ਨਾ ਤਾਂ ਕਰਕੇ ਨਹੀਂ ਅਵੇਲੇਬਿਲਿਟੀ ਜ਼ੋਨ ਪੁੱਛਿਆ ਨਾ ਆਪ ਰੀਜਨ ਇੱਕ ਹੋ ਸਕਦਾ ਹੈ ਰੀਜਨ ਇੱਕ ਹੋ ਸਕਦਾ ਹੈ ਰੀਜਨ ਦੇ ਅੰਦਰ ਹਾਂ ਠੀਕ ਹੈ ਇੱਕ ਤੋਂ ਹਮੇਸ਼ਾ ਵੱਧ ਹੋਣਗੇ ਇੱਕ ਕਦੇ ਨਹੀਂ ਹੋਏਗਾ ਓਕੇ ਹੁਣ ਇਹਦਾ ਮੈਂ ਤੁਹਾਨੂੰ ਇੱਕ ਰੀਜ਼ਨ ਦੱਸਦਾ ਕੀ ਹੁੰਦਾ ਕਿ ਮੰਨ ਲਓ ਤੁਸੀਂ 2-3 ਅਵੇਲੇਬਿਲਿਟੀ ਜ਼ੋਨ ਰੱਖਿਆ ਜਿੰਨੇ ਵੀ ਉਹਨਾਂ ਨੇ ਅਵੇਲੇਬਿਲਿਟੀ ਜ਼ੋਨ ਰੱਖੇ ਸੀ ਉਹਨਾਂ ਨੇ ਰੱਖ ਲਿਆ ਆਪਦੇ ਠੀਕ ਹੈ ਹੁਣ ਇਹ ਇੱਕ ਦੂਜੇ ਤੋਂ ਕਾਫੀ ਦੂਰ ਸਿਚੁਏਟਡ ਹੁੰਦੇ ਹੈਗੇ ਹੁਣ ਇਹਦਾ ਰੀਜਨ ਹੁੰਦਾ ਕਿ ਕੁਝ ਅਰਥਕੁਏਕ ਆ ਜਾਏ ਜਾਂ ਕੁਝ ਮਤਲਬ ਕੈਲੈਮਿਟੀ ਆ ਜਾਏ ਠੀਕ ਹੈ ਤੇ ਆਪਣਾ ਇੱਕ ਅਵੇਲੇਬਿਲਿਟੀ ਜ਼ੋਨ ਉਹਦੇ ਨਾਲ ਅਫੈਕਟ ਹੋ ਜਾਏ ਤਾਂ ਦੂਜਾ ਨਾ ਹੋਵੇ ਤੇ ਆਪਾਂ ਡੇਟਾ ਉਹਦੇ ਵਿੱਚ ਬੈਕਅਪ ਰੱਖ ਪਾਈਏ ਦੂਜੇ ਅਵੇਲੇਬਿਲਿਟੀ ਜ਼ੋਨ ਦੇ ਵਿੱਚ ਠੀਕ ਹੈ ਬ్రో ਇਹਦੇ ਵਿੱਚ ਉਹ ਵੀ ਆਉਂਦਾ ਨਾ ਕੁਐਸਚਨ ਵੀ ਉਹ ਆਪਸ ਚ ਅਵੇਲੇਬਿਲਿਟੀ ਜ਼ੋਨ ਕਾਪੀ ਕਿਵੇਂ ਕਰਦੇ ਡੇਟਾ ਪਤਾ ਕਿੰਨੇ ਟਾਈਪਸ ਦੇ ਹੁੰਦੇ ਨੇ ਹਾਂ ਮਤਲਬ ਉਹ ਦੇਖਣਾ ਪੈਣਾ ਹਜੇ ਤੱਕ ਆਇਆ ਨਹੀਂ ਆਪਾਂ ਜਿਵੇਂ ਜਿਵੇਂ ਆਊਗਾ ਦੇਖਣਾ ਪਊਗਾ ਮੈਨੂੰ ਵੀ ਨਹੀਂ ਪਤਾ ਇਹ ਚੀਜ਼ ਤਾਂ ਹੌਲੀ ਹੌਲੀ ਦੇਖਾਂਗੇ ਠੀਕ ਹੈ ਲੈਟਸ ਸੀ ਮਤਲਬ ਮੇਨ ਚੀਜ਼ ਆਪਣੀ ਅਵੇਲੇਬਿਲਿਟੀ ਜ਼ੋਨ ਵਾਲੀ ਇਹ ਚੀਜ਼ ਹੋ ਗਈ ਸੀ ਕਿ ਮਲਟੀਪਲ ਕਿਉਂ ਹੁੰਦੇ ਨੇ ਕਿਉਂਕਿ ਕੁਝ ਕੈਲੈਮਿਟੀ ਵਗੈਰਾ ਆ ਜੇ ਤੇ ਆਪਾਂ ਉਹਨੂੰ ਉਹ ਕਰ ਪਈਏ ਬੇਸਿਕਲੀ ਆਪਣੇ ਕੋਲ ਡੇਟਾ ਰਵੇ ਆਪਣੇ ਕੋਲ ਸਰਵਿਸਿਜ਼ ਸਟਿਲ ਅਵੇਲੇਬਲ ਰਹਿਣ ਯੂਜ਼ਰਸ ਦੇ ਲਈ ਬਿਲਕੁਲ ਠੀਕ ਹੈ okay which statement is best practice for minimizing cost service that you won't use often to keep price low keep service running when you no longer need them
to save on cost नहीं to re-provision them. थर्ड वाला होगा डिलीट रिसोर्सेज व्हेन यू आर नॉट लॉन्गर नीड देम बस ठीक है. You will be launching a high performance Amazon EC2 instance. You will be using the instance for a project that will last 1 year. You find that AWS offers EC2 saving plans that will reduce your cost if you commit to a consistent amount of usage over the year. This is an example of. ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਾਂਗਾ. ਆਪਣੇ ਕੋਲ 3 ਟਾਈਪ ਦੀ ਬਿਲਿੰਗਸ ਆਫਰ ਕਰਦਾ ਹੈ AWS. ਤੁਹਾਡੇ ਲਈ ਬਿਲਿੰਗ ਕਾਫੀ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਕਲਾਊਡ ਡੈਵਆਪਸ ਇੰਜੀਨੀਅਰ ਹੋ ਤੇ ਬਿਲਿੰਗ ਤੁਹਾਡਾ ਕੰਮ ਪੈਸੇ ਬਚਾਉਣਾ ਹੈ. ਠੀਕ ਹੈ, ਇਹ ਚੀਜ਼ ਧਿਆਨ ਰੱਖਣਾ ਹਮੇਸ਼ਾ. ਤੇ ਤੁਹਾਨੂੰ ਇਹਨਾਂ ਦੀ ਬਿਲਿੰਗਸ ਪਤਾ ਹੋਣੀ ਚਾਹੀਦੀ ਹੈ, ਕਿੰਨਾ ਖਰਚਾ ਆਏਗਾ, ਇਹ ਸਭ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਤੁਹਾਨੂੰ. ਠੀਕ ਹੈ, ਤੇ ਆਪਾਂ ਇਹ ਚੀਜ਼ਾਂ ਹੌਲੀ ਹੌਲੀ ਦੇਖਾਂਗੇ ਕਿਉਂਕਿ ਬਿਲਿੰਗ ਦਾ ਮੈਨੂੰ ਵੀ ਜ਼ਿਆਦਾ ਆਈਡੀਆ ਨਹੀਂ ਹੈ ਕਿਉਂਕਿ ਮੈਂ ਤਾਂ ਅਜੇ ਤੱਕ ਫ੍ਰੀ ਹੀ ਯੂਜ਼ ਕੀਤਾ. ਬਟ ਇਹ ਚੀਜ਼ਾਂ ਤਾਂ ਮਤਲਬ ਲੱਗ ਜਾਂਦੀਆਂ ਜਿਵੇਂ ਜਿਵੇਂ ਯੂਜ਼ ਕਰਾਂਗੇ ਤਾਂ ਆਪਾਂ ਇਹਦੇ ਬਾਰੇ ਸਟੱਡੀ ਕਰ ਲਾਂਗੇ, ਇਹ ਤਾਂ ਪਤਾ ਲੱਗ ਜੂਗੀ. ਓਕੇ, ਹੁਣ ਮੈਨੂੰ ਇੰਨਾ ਪਤਾ ਕਿ ਇਹਦੇ 3 ਟੀਅਰ ਹੁੰਦੇ ਹੈਗੇ. ਇੱਕ ਹੁੰਦਾ ਪੇ ਐਜ਼ ਯੂ ਗੋ. ਠੀਕ ਹੈ, ਤੁਸੀਂ ਨਹੀਂ 4 ਟੀਅਰ ਹੁੰਦੇ ਹੈਗੇ. AWS ਫ੍ਰੀ ਟੀਅਰ ਹੋ ਗਿਆ ਜਿਵੇਂ ਆਪਣਾ. ਠੀਕ ਹੈ, ਇੱਕ ਹੋ ਗਿਆ ਪੇ ਐਜ਼ ਯੂ ਗੋ, ਮਤਲਬ ਆਪਾਂ ਜਿੰਨਾ ਯੂਜ਼ ਕਰਾਂਗੇ ਉਹਨਾਂ ਆਪਣਾ ਖਰਚਾ ਹੋ ਜਾਊਗਾ. ਠੀਕ ਹੈ, ਇੱਕ ਹੁੰਦਾ ਪੇ ਲੈਸ ਬਾਈ ਯੂਜ਼ਿੰਗ ਮੋਰ. ਇਹਦੇ ਵਿੱਚ ਕੀ ਹੁੰਦਾ, ਆਪਾਂ ਕੁਛ ਇੱਕ ਉਹ ਕੰਸਿਸਟੈਂਟ ਅਮਾਊਂਟ ਆਪਾਂ ਉਹਨੂੰ ਪ੍ਰੋਮਿਸ ਕਰਦੇ ਹਾਂ AWS ਨੇ ਕਿ ਇੰਨਾ ਯੂਜ਼ ਹੋਏਗਾ ਤੇ ਉਹਨੂੰ ਕੁਛ ਪਰਸੈਂਟੇਜ ਆਫ ਦੇ ਦਿੰਦਾ, ਘੱਟ ਖਰਚਾ ਦੇ ਦਿੰਦਾ. ਠੀਕ ਹੈ, ਤਾਂ ਇਸ ਸਿਚੁਏਸ਼ਨ ਦੇ ਲਈ ਆਪਣੇ ਕੋਲ ਐਪਲੀਕੇਬਲ ਹੈ ਪੇ ਲੈਸ ਬਾਈ ਯੂਜ਼ਿੰਗ ਮੋਰ. pay less by using more okay ਠੀਕ ਹੈ, ਨਹੀਂ save when you commit. You will be launching you will be using instance for a project that will last at 1 year, at least 1 year. You find that that will reduce your cost if you commit to a consistent amount. ਅੱਛਾ, ਬੇਸਿਕਲੀ ਇਹਦੇ ਵਿੱਚ ਕੀ ਹੈ ਕਿ ਤੁਸੀਂ ਜ਼ਿਆਦਾ ਯੂਜ਼ ਕਰੋਗੇ ਤੇ ਉਹਦਾ ਪੇ ਲੈਸ ਕਰੋਗੇ, ਤੁਹਾਨੂੰ ਉਹਦੇ ਵਿੱਚ ਉਹ ਮਿਲ ਜਾਂਦਾ ਹੈ, ਆਫ ਮਿਲ ਜਾਂਦਾ ਹੈ. ਸੇਵ ਵੈਨ ਯੂ ਕਮਿਟ ਮਤਲਬ ਤੁਸੀਂ ਇੱਕ ਕੰਸਿਸਟੈਂਟ ਅਮਾਊਂਟ ਨੂੰ ਕਮਿਟ ਕਰ ਰਹੇ ਹੋ. ਇਹ ਦੋਵਾਂ ਦੇ ਵਿੱਚ ਕਨਫਿਊਜ਼ ਹੋ ਗਿਆ ਸੀ ਮੈਂ. ਠੀਕ ਹੈ, ਤੇ ਇਹਦੇ ਵਿੱਚ ਤੁਹਾਨੂੰ ਕੁਝ ਰਿਡਿਊਸਡ ਕਾਸਟ ਮਿਲ ਜਾਂਦਾ ਸੇਵ ਵੈਨ ਯੂ ਕਮਿਟ ਦੇ ਵਿੱਚ. ਠੀਕ ਹੈ भाई क्वेश्चन में ही आंसर है. हाँ, जिंदगी ऐसी है भाई. you will be launching an Amazon EC2 instance to do some testing. You will continue your testing over the course of 6 months. Now the day to save on costs. pay as you go Pay as you go, yeah. Most भी probably लगता। pay as you go होगा. You will continue your testing over the course of 6 months. You will terminate the instance at the end of the day to save the cost. Yes, pay as भाई you go. मग्गू DevOps on top है भाई, ऐसे थोड़ा ना. सही बात है. AWS free types offer तुक्के 3 types of. लगते हैं भाई. क्या भाई? तुक्के मैंने कहा. नहीं सही आंसर था भाई तुम्हारा, सही आंसर. AWS free tier offer 3 types of way of help you save money. Just 3 type free user tier at AWS offer. ये तो भाई ये तो मतलब क्वेश्चन सेल्स वाला हो गया ना तुम्हारा. Free tires 12 months free and always free नहीं free. 12 month ना ਹੁੰਦਾ कुछ देंगे ये. ਤੇ अच्छा ਨਹੀਂ ਆਲਵੇਜ਼ ਫ੍ਰੀ ਹੁੰਦਾ ਹੈ ਆਈ ਥਿੰਕ. ਪ੍ਰੋਡਕਸ਼ਨ ਨਾਨ ਪ੍ਰੋਡਕਸ਼ਨ ਨਹੀਂ, ਪ੍ਰੋਡਕਸ਼ਨ ਲਈ ਵੀ ਫ੍ਰੀ ਹੀ ਹੁੰਦਾ ਹੈ. ਹਾਂ, ਬੇਸਿਕਲੀ ਇਹਦਾ ਹੁਣ ਮੈਂ ਦੱਸਾਂ ਕਿਵੇਂ, ਮਤਲਬ ਫ੍ਰੀ ਟ੍ਰਾਇਲ ਦਾ ਕੀ ਹੁੰਦਾ, ਆਪਾਂ ਨੂੰ 12 ਮਹੀਨੇ ਲਈ ਫ੍ਰੀ ਮਿਲਦਾ. ਠੀਕ ਹੈ, ਤੇ ਪ੍ਰੋਡਕਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਕਿਸੇ ਯੂਜ਼ਰ ਨੂੰ ਡਿਲੀਵਰ ਕਰ ਰਹੇ ਹੋ, ਕਿਸੇ ਕਲਾਇੰਟ ਨੂੰ ਡਿਲੀਵਰ ਕਰ ਰਹੇ ਹੋ. ਠੀਕ ਹੈ, ਤਾਂ ਇਹਨਾਂ ਨੇ ਥਰਡ ਆਪਸ਼ਨ ਦੇ ਵਿੱਚ ਸੀਗਾ ਨਾਨ ਪ੍ਰੋਡਕਸ਼ਨ এনवायरमेंट ਓਨਲੀ, ਰਾਈਟ. ਪਰ ਇਹ ਪ੍ਰੋਡਕਸ਼ਨ ਦੇ ਲਈ ਵੀ ਫ੍ਰੀ ਹੀ ਹੁੰਦਾ, ਤਾਂ ਬੇਸਿਕਲੀ ਸੈਕੰਡ ਆਪਸ਼ਨ ਕਰੈਕਟ ਹੋ ਗਈ ਆਪਣੀ. Okay. ठीक है, चलिए whether the service will be used for production or non-production environment does not affect free tier offering. ठीक है. Which statement about AWS management console widget is correct? सी होना चाहिए था भाई, मेरा तो लगता. डी है, सॉरी डी है, डी सी नहीं है. डज नॉट दिसता बंदे निकल. You know is correct इन दोनों चो Not even लग रहा है. Let's see, correct. प्रतीक वीरे जॉब मिल जाएगी भाई, जॉब मिल जाएगी. यही लिखूंगा मैं क्वेश्चन ऊपर, ये था सही जवाब. सही बात है. How can you use instance? सही बात है भाई. Instance in
ਹੁਣ ਇਹਦਾ ਦੱਸੋ। ਬਾਈ ਬੀ ਆਨਸਰ ਹੈ ਇਹਦਾ। To find out which regions you ਨਹੀਂ you ਇਹ ਤਾਂ have ਨਹੀਂ ਹੈ। instance in. ਨਹੀਂ ਨਹੀਂ ਕਿਉਂ? ਕਿਉਂਕਿ ਇੱਥੇ ਪੁੱਛਿਆ ਸਵਿਚ ਫਰਮ ਰੀਜਨ ਟੂ ਰੀਜਨ। ਆਪਾਂ ਨੂੰ ਹਰ ਇੱਕ ਰੀਜਨ ਦੇ ਵਿੱਚ ਜਾ ਕੇ ਤਾਂ ਚੈੱਕ ਨਹੀਂ ਕਰਨਾ ਪਏਗਾ ਆਪਾਂ EC2 ਦੇ ਵਿੱਚ ਕਿੱਥੇ ਰੱਖਿਆ, ਠੀਕ ਹੈ। ਹੁਣ ਇਹ ਮੈਂ ਤੁਹਾਨੂੰ ਚੀਜ਼ ਦੱਸੀ ਨਹੀਂ, ਬਟ ਇੱਕ EC2 ਦੇ ਵਿੱਚ ਤੁਹਾਨੂੰ ਆਪਾਂ ਇੱਕ ਨੂੰ ਇੱਕ ਗਲੋਬਲ ਵਿਊ ਮਿਲੇਗਾ, ਠੀਕ ਹੈ। ਆਪਾਂ ਉਹਦੇ 'ਚ ਚੈੱਕ ਕਰ ਸਕਦੇ ਹਾਂਗੇ। ਹੁਣ ਇਹਨਾਂ ਦੋਵਾਂ 'ਚ ਕਿਹੜਾ EC2 ਇਜ਼ ਅ ਗਲੋਬਲ ਸਰਵਿਸ? ਆਖਰੀ ਹੋ ਗਿਆ ਬਾਈ ਜਿੱਦਾਂ ਤੁਸੀਂ ਆਨਸਰ ਦਿੱਤਾ। ਮਤਲਬ ਮੈਂ ਤਾਂ ਇਹ ਆਨਸਰ ਦਿੱਤਾ, ਬਟ ਇੱਕ ਆਪਾਂ ਨੂੰ ਦਿਖ ਜਾਣਾ ਚਾਹੀਦਾ ਉਹਦਾ ਰੀਜਨ ਵੀ ਸਟਾਰਟਿੰਗ ਦੇ ਵਿੱਚ ਹੀ, ਬਟ ਲੈਟਸ ਸੀ। ਹਾਂ ਠੀਕ ਹੈ। ਵਿਚ ਆਫ ਦਾ ਫੋਲੋਇੰਗ ਕੈਨ ਬੀ ਇੰਪੈਕਟਡ ਬਾਈ ਰੀਜਨ ਦੈਟ ਯੂ ਚੂਜ਼। ਇੱਕ ਵਾਰ ਦੇਖੋ ਕੀ ਹੋ ਸਕਦਾ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਕੁਝ ਸਰਵਿਸਿਜ਼ ਅਵੇਲੇਬਲ ਨਹੀਂ ਹੁੰਦੀਆਂ, ਤਾਂ ਇਹੀ ਮੈਂ ਤਾਂ ਆਨਸਰ ਹੀ ਦੱਸਦਾ, ਠੀਕ ਹੈ। ਹੁਣ ਆਪਾਂ ਨੂੰ ਹਰ ਇੱਕ ਰੀਜਨ ਦੇ ਵਿੱਚ ਲੇਟੈਂਸੀ ਆਫ ਯੂਜ਼ਰਸ, ਲੇਟੈਂਸੀ ਟੂ ਯੂਜ਼ਰਸ, ਉਹ ਵੈਸੇ ਤਾਂ ਅੱਛਾ 3 ਕਿਹਾ ਨਾ ਉਹਨੇ। ਲੇਟੈਂਸੀ ਆਪਾਂ ਨੂੰ ਫਰਕ ਪੈ ਜਾਏਗਾ। ਯੈਸ ਇੱਕ ਹੋਰ ਦੱਸੋ। ਐਕਸੈਸ ਟੂ ਡਾਟਾ ਆ ਦਾ। ਨਹੀਂ ਐਕਸੈਸ ਤੁਹਾਡਾ ਸੇਮ ਰਹਿੰਦਾ। ਸਿਕਿਉਰਿਟੀ ਆਫ ਡਾਟਾ ਬਾਈ। Amazon ਜੇ ਤੁਹਾਨੂੰ ਕੁਝ ਰੀਜਨ ਦੇ ਰਿਹਾ, Amazon ਪ੍ਰੋਮਿਸ ਕਰਦਾ ਕਿ ਸਭ ਸਮੇਂ ਐਕਸੈਸ ਸਿਕਿਉਰਿਟੀ ਸਭ ਕੁਝ ਸੇਮ ਰਹੇਗਾ, ਠੀਕ ਹੈ। ਹੁਣ ਆਈਦਰ ਇਟ ਇਜ਼ ਅਮਾਊਂਟ ਆਫ ਡਾਟਾ ਦੈਟ ਯੂ ਕੈਨ ਸਟੋਰ ਔਰ ਕਾਸਟ ਆਫ ਸਰਵਿਸਿਜ਼। ਤੇ ਕਾਸਟ ਆਫ ਸਰਵਿਸ ਹੀ ਹੋਣੀ ਬ్రో ਮੈਨੂੰ ਲੱਗਦਾ। ਅਮਾਊਂਟ ਆਫ ਡਾਟਾ ਹੋਣਾ ਚਾਹੀਦਾ ਵੈਸੇ ਤਾਂ, ਕਿਉਂਕਿ ਡਾਟਾ ਤਾਂ ਇਹਨਾਂ ਨੇ ਜਿੰਨਾ ਮਰਜ਼ੀ ਇਹਨਾਂ ਨੂੰ ਪੈਸੇ ਲੈਣੇ ਹੀ ਆ ਸਾਡੇ ਤੋਂ। ਇਹਨਾਂ ਨੂੰ ਕੀ ਪ੍ਰੋਬਲਮ ਹੈ ਡਾਟਾ ਸਟੋਰ ਨਹੀਂ ਉਹ ਰੀਜਨ ਤੇ ਡਿਪੈਂਡ ਕਰਦਾ ਨਾ ਤੁਸੀਂ ਕਿੱਡਾ ਵੱਡਾ ਡਾਟਾ ਉਹ ਕਰਨਾ ਹੈਗਾ। ਓਕੇ ਓਕੇ ਮੋਸਟ ਪ੍ਰੋਬਬਲੀ ਇਹ ਹੋਣਾ ਚਾਹੀਦਾ, ਨਹੀਂ ਤਾਂ ਆਪਾਂ ਕਾਸਟ ਆਫ ਸਰਵਿਸ ਕਰ ਲਾਂਗੇ। ਹਾਂਜੀ ਹਾਂਜੀ ਕੋਈ ਨਹੀਂ। ਹਾਂ ਕਾਸਟ ਆਫ ਸਰਵਿਸ ਹੀ ਹੈ ਫਿਰ। भाई गंदा है पर धंधा है ये भाई। कास्ट ऑफ सर्विस है ना, क्योंकि इन्होंने तो ब्रो वैसे ही वो करनी है ना, पैसे ही लेने, चार्ज लेने ही मेरे को लगता है ऐसे। ठीक है ਆਪਾਂ 90 भाई मुबारक हो। सही बात है भाई। चलो ਆਪਾਂ ਪਹਿਲਾ ਦੇਖਦੇ ਹਾਂ ਕੀ ਹੈ। आई सेकंड लेवल इन्वॉल्वड डाटा अर्जुन तुलसी क्या सी ना आंसर सेकंड वाला या भाई मुझे लग रहा था भाई मुझे। सही सही। चलो अपनी ये चीज़ होगी। ते अच्छा मैं कुछ लिया नहीं, रुक जाओ मैंने कुछ दिख रहे थे। लेट्स सी। सर्वे भरवा के तो नहीं लेंगे भाई कुछ, मुझे लगता है। नहीं 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 आएगा आएगा भाई। ਇਹ ਤੇ ਕੁਝ ਨਹੀਂ ਰਿਹਾ, ਬੈਜ ਨਹੀਂ ਸੀ ਨਾ, ਤੇ ਆਪਾਂ ਨੂੰ ਕਲਾਉਡ 101 ਦੀ ਫਾਊਂਡੇਸ਼ਨ ਤੇ ਮਿਲੇਗਾ, ਵਿਚ ਇਜ਼ ਬੇਸਿਕਲੀ ਹੁਣ ਆਪਾਂ ਜਦੋਂ ਸਾਰੀ ਚੀਜ਼ਾਂ ਦਾ ਡੈਮੋ ਦੇਖਾਂਗੇ, ਜਿਵੇਂ ਆਪਾਂ EC2 ਦਾ ਡੈਮੋ ਦੇਖ ਲਿਆ, S3 ਦਾ ਡੈਮੋ ਦੇਖ ਲਿਆ, ਇਹ ਸਭ ਚੀਜ਼ਾਂ ਜਦੋਂ ਆਪਾਂ ਡੈਮੋ ਦੇਖ ਲਿਆ ਆਪਾਂ ਨੂੰ ਬੈਜ ਵਗੈਰਾ ਮਿਲੇਗਾ ਇੱਕ, ਕਿ ਆਪਾਂ ਨੂੰ ਬੇਸਿਕਲੀ ਫਾਊਂਡੇਸ਼ਨ ਕੰਪਲੀਟ ਕਰਤੀ। ਓਕੇ ਆਪਾਂ ਇਹ ਚੀਜ਼ਾਂ ਦੇਖ ਲਿਆ। ਹੁਣ ਆਪਾਂ ਨੂੰ ਬੇਸਿਕ ਕਨਸੈਪਟ ਕਲੀਅਰ ਹੋ ਗਏ, ਠੀਕ ਹੈ। ਬੇਸਿਕ ਹੁਣ AWS ਦੇ ਬਾਰੇ ਆਪਾਂ ਨੂੰ ਚੀਜ਼ਾਂ ਪਤਾ ਚੱਲ ਚੁੱਕੀਆਂ। ਆਪਾਂ ਇਹਦਾ ਕਾਸਟ ਵਗੈਰਾ ਹੌਲੀ ਹੌਲੀ ਜਿਵੇਂ ਯੂਜ਼ ਕਰਾਂਗੇ ਆਏਗਾ ਤੇ ਆਪਾਂ ਦੇਖ ਲਾਂਗੇ, ਨਹੀਂ ਤਾਂ ਆਪਾਂ ਨੂੰ ਆਖਰੀ ਦੇ ਵਿੱਚ ਬੈਠ ਕੇ ਜੇ ਨਹੀਂ ਆਇਆ ਤਾਂ ਮਤਲਬ ਕਾਸਟ ਤਾਂ ਨਹੀਂ ਆਏਗਾ, ਬਟ ਜੇ ਵਿੱਚ ਦੀ ਜਿਵੇਂ ਹੁਣ ਆਪਾਂ ਇਹ 'ਤੇ ਅਸੈਸਮੈਂਟ ਦਿੱਤੀ ਤੇ ਉਹਦੇ ਵਿੱਚ ਜਦੋਂ ਕਾਸਟ ਦੇ ਕੁਐਸਚਨ ਆ ਗਏ ਤਾਂ ਠੀਕ ਹੈ, ਨਹੀਂ ਤਾਂ ਆਪਾਂ ਨੂੰ ਆਖਰੀ ਦੇ ਵਿੱਚ ਬੈਠ ਕੇ ਕਾਸਟ ਪੜ੍ਹਨੀ ਪੈਣੀ ਹੈ ਇਹਦੀ, ਠੀਕ ਹੈ। ਠੀਕ ਹੈ ਹਾਂ ਓਕੇ। ਤੇ ਹੁਣ ਆਪਾਂ ਇੱਕ ਵਾਰ EC2 ਇੱਕ ਆਪਾਂ ਦੇਖਣਾ S3, ਠੀਕ ਹੈ। ਮੈਂ ਤੁਹਾਨੂੰ ਸਭ ਦਾ ਉਹਦੇ ਉੱਤੋਂ ਤੋਂ ਓਵਰਵਿਊ ਦੇ ਦੇਣਾ ਗਾ, ਠੀਕ ਹੈ। ਇੱਕ ਵਾਰ ਤਾਂ ਇਹਨਾਂ ਨੂੰ ਆਪਾਂ ਫੇਵਰੇਟਸ ਪਾ ਲਈਏ। ਆਪਣਾ EBS ਇਲਾਸਟਿਕ ਨਹੀਂ, EBS ਕੀ ਨਹੀਂ, EBS ਕਿਉਂ ਨਹੀਂ ਆਇਆ ਇਲਾਸਟਿਕ ਬੀਨ ਸਟਾਕ, ਇਲਾਸਟਿਕ ਬੀਨ ਸਟਾਕ ਨਹੀਂ, EBS ਇਲਾਸਟਿਕ ਬੀਨ ਸਟਾਕ ਹੀ ਹੁੰਦਾ ਹੁਣ। ਹਾਂ ਇਲਾਸਟਿਕ ਬੀਨ ਸਟਾਕ ਹੀ ਹੋਏਗਾ, ਇਲਾਸਟਿਕ ਬੀਨ ਸਟਾਕ, ਠੀਕ ਹੈ। ਤੇ ਹੋਰ ਕੀ ਹੁੰਦਾ ਸੀ ਮੇਰਾ, ਮੈਂ ਭੁੱਲ ਗਿਆ। S3 ਸਟੋਰੇਜ ਬਾਈ, ਸਟੋਰੇਜ ਤਾਂ ਆਪਾਂ ਕਰ ਲਈ। ਆ ਦੇਖੋ ਮੈਂ ਫੇਵਰੇਟ ਦੇ ਵਿੱਚ ਪਾਤੀ EC2 S3 ਇਲਾਸਟਿਕ ਬੀਨ ਸਟਾਕ, ਠੀਕ ਹੈ। ਤੇ ਆਪਣਾ ਮੇਰੇ ਕੋਲ ਦੇਖ ਲੈਂਦੋ ਹੁਣ। ਅੱਛਾ ਭਾਈ ਉਹ ਕਿੱਥੇ ਬਣਾਉਂਦੇ ਆਪਾਂ ਯੂਜ਼ਰ ਵਗੈਰਾ? IAM ਦੇਖਣਾ ਆਪਾਂ, ਹਾਂ ਹਨਾ, ਯੂਜ਼ਰ ਬਣਾ ਕੇ ਫਿਰ ਆਪਾਂ ਨੂੰ ਉਹਨੂੰ VM ਦਾ ਉਹ ਦੇ ਦੇਣਾ ਐਕਸੈਸ, ਹੈ ਨਾ। ਹਾਂ IAM ਹੁੰਦਾ ਇਹਦੇ ਵਿੱਚ।
ਠੀਕ ਹੈ ਇਹਦਾ RDS ਆਪਣਾ ਹੋਰ ਵੀ ਕੋਈ ਪੋਰਟਲ ਹੈ ਇਹਦਾ ਆਪਣਾ Amazon ਦਾ, ਜਿਵੇਂ ਆਪਣੇ Office 365 ਦਾ ਹੁੰਦਾ? ਪੋਰਟਲ ਮਤਲਬ ਨਹੀਂ, ਇਹਦਾ ਆਈ ਥਿੰਕ ਇਹੀ ਪੋਰਟਲ ਹੈ, ਮੈਂ ਤਾਂ ਯੂਜ਼ ਕੀਤਾ ਇਹਦੇ ਜ਼ਿਆਦਾ ਅੰਦਰ ਹੀ ਹੋਗਾ ਵੀਰੇ, ਜਿੱਦਾਂ ਐਡਮਿਨ ਮੋਸਟ। ਸੈਂਟਰ ਹਾਂ ਵਗੈਰਾ, ਉਹੀ ਹਾਂ ਕਹਿ ਰਹੇ ਨਾ ਸੀ। ਹਾਂ ਹਾਂ ਹਾਂ, ਹਾਂ ਸਾਰਾ ਹਾਂ, ਵही ਜੋ जैसे ਸਭ में ਕੁਝ अपने ਇਹਦੇ ਵਿੱਚ ਹੀ ਹੈ। ਹਾਂਜੀ ਉਹ ਹਾਂਜੀ, ਅਕਾਊਂਟ ਦੇ ਇਹਦੇ ਅੰਦਰ। ਬੇਸਿਸ ਤੇ VPC ਹੋ ਗਿਆ, ਤੇ क्या ਇਹ बात ਸਭ है यार, ਚੀਜ਼ਾਂ ਤਾਂ ਮੈਂ ਤਾਂ ਆਪਣੇ ਵਿੱਚ ਰੱਖ ਲਈਆਂ। ਗੰਦ ਨਹੀਂ ਪਾਇਆ ਹੋਇਆ ਨਾ, ਹੈ ਨਾ ਪ੍ਰਤੀਕ? ਯਾ ਜਿਵੇਂ ਉਹ ਪੋਰਟਲ ਹੋਰ ਹੈ, ਕੋਈ ਹੋਰ ਪੋਰਟਲ ਹੋਰ ਚੱਲ ਰਿਹਾ ਉਧਰ। ਉਧਰ ਤਾਂ ਯਾਰ ਬਹੁਤ ਹੀ ਖਲਾਰਾ ਪਿਆ, ਔਰ ਇੱਕ तो साले हर 3 महीने ਚ ਕੁਝ ਚੇਂਜ ਕਰ ਦਿੰਦੇ ਚੇਂਜ ਬੇਫਜ਼ੂਲਾ, ਕਰਦਾ मतलब कुछ चेंज नहीं होता, क्या कुछ ਅੱਛਾ ही नहीं चेंज होता है। एजर में तो यार भाई नवदीप ब्रो बहुत बहुत ऊपर चेंजेस ऊपर होंगे तो। बस ये जो दिख रहे हैं ना, हमें पीछे हाँ लिखे हाँ हुए, हाँ, बस ये इधर उधर कर देंगे, बंदा ढूंढता रहे बस। अच्छा हर सही 3 महीने में है। बस ढूंढता रहेगा कि कहाँ पर है वो। ਚਲੋ ਆਪਾਂ ਸਟਾਰਟ ਕਰਦੇ EC2 ਜਾਂ S3 ਤੋਂ ਆਪਾਂ ਗੱਲ ਕਰਾਂਗੇ, EC2 ਤੋਂ ਜਾਂਦੇ ਹਾਂ, ਠੀਕ ਆ। ਲਾਂਚ ਆ ਵਰਚੁਅਲ ਸਰਵਰ, ਇਹ ਸਭ ਤਾਂ ਤੁਹਾਨੂੰ ਇਹਦਾ ਬੇਸਿਕਲੀ ਸਟਾਰਟਿੰਗ ਦੇ ਵਿੱਚ ਇਹਦੇ ਹੋਮ ਪੇਜ ਡੈਸ਼ਬੋਰਡ ਵਗੈਰਾ ਇਹਦਾ ਤਾਂ ਠੀਕ ਆ। ਹੁਣ ਇੱਥੇ ਆਪਾਂ ਨੂੰ ਸਾਈਡ ਤੇ ਕੁਝ ਚੀਜ਼ਾਂ ਦਿਖ ਰਹੀਆਂ। ਸਭ ਤੋਂ ਪਹਿਲਾਂ ਹੈ ਇੰਸਟੈਂਸਿਸ। ਮੇਰਾ ਕੋਈ ਇੰਸਟੈਂਸ ਨਹੀਂ ਚੱਲ ਰਿਹਾ, ਠੀਕ ਆ, ਅਜੇ ਮੈਂ ਚਲਾਉਣਾ ਵੀ ਨਹੀਂ, ਆਪਾਂ ਕੱਲ ਨੂੰ ਚਲਾਵਾਂਗੇ। ਕੱਲ ਨੂੰ ਆਪਾਂ ਬੈਠ ਕੇ EC2 S3 ਕਰਾਂਗੇ, ਤੇ ਆਪਣਾ EC2 ਦੇ ਵਿੱਚ ਇੱਥੇ ਆਪਾਂ ਪੂਰਾ ਇੱਕ ਇੰਸਟੈਂਸ ਬਣਾਉਣੇ ਹੈਗੇ। ਆਈ ਵਿਲ ਜਸਟ ਗੋ launch instance actions instance state launch instance, ਠੀਕ ਹੈ। ਹੁਣ ਇੱਥੇ ਮੈਂ ਆਪਣਾ ਇੱਕ ਇੰਸਟੈਂਸ ਬਣਾ ਸਕਦਾ, ਠੀਕ ਹੈ। ਹੁਣ EC2 ਤੁਹਾਨੂੰ ਇੱਕ ਕੰਪਿਊਟਰ ਦੇ ਦੇਗਾ, ਠੀਕ ਹੈ, ਜਿੰਨਾ ਆਪਾਂ ਨੂੰ ਪਤਾ। ਓਕੇ, ਤੇ ਓਕੇ EC2 ਦੇ ਵਿੱਚ ਹੁਣ ਆਪਾਂ ਇੱਕ ਵਾਰ ਦੇਖ ਲੈਂਦੇ ਹਾਂ ਕੀ ਕੀ ਚੀਜ਼ਾਂ ਆਪਣੇ ਕੋਲ ਹੁੰਦੀਆਂ। ਸਭ ਤੋਂ ਪਹਿਲਾਂ ਨੇਮ, ਜੋ ਤੁਹਾਡੇ ਇੰਸਟੈਂਸ ਦਾ ਨੇਮ ਹੋਏਗਾ, ਠੀਕ ਹੈ। ਹੁਣ ਨੇਮ ਤੁਹਾਨੂੰ ਬੇਸਿਕਲੀ ਇਹ ਚੀਜ਼ ਨੂੰ ਯੂਜ਼ ਪਹਿਚਾਨਣ ਦੇ ਲਈ ਜ਼ਰੂਰੀ ਹੋਗਾ, ਜਿਵੇਂ ਹੁਣ ਤੁਸੀਂ ਤੇ ਪ੍ਰਤੀਕ ਨੇ ਅੱਡ ਬਣਾ ਲਿਆ ਤਾਂ ਨੇਮ ਅੱਡ ਹੋਣਾ ਚਾਹੀਦਾ, ਠੀਕ ਆ, ठीक है। ਲਾਗੇ ਪਤਾ ਲੱਗ ਜੇ। ਹੁਣ ਆਪਾਂ ਨੂੰ ਕੀ ਹੁੰਦਾ, ਇੱਕ OS ਚੂਜ਼ ਕਰਨਾ ਪੈਂਦਾ, ਰਾਈਟ। ਹੁਣ ਇਹਦੇ ਵਿੱਚ ਉਹਨਾਂ ਨੇ ਕੁਝ ਪ੍ਰੀ ਬਿਲਟ OS ਆਪਾਂ ਨੂੰ ਦਿੱਤੇ ਹੋਏ ਹੈਗੇ। Amazon ਦਾ ਲਿਨਕਸ ਦਿੱਤਾ ਹੋਇਆ ਆਪਾਂ ਨੂੰ, ਮੈਕ ਦਿੱਤਾ ਹੋਇਆ, ਉਬੁੰਟੂ ਦਿੱਤਾ ਹੋਇਆ, ਵਿੰਡੋਜ਼ ਦਿੱਤਾ ਹੋਇਆ, ਰੈਡ ਹੈਟ ਦਿੱਤਾ ਹੋਇਆ। ਬਾਕੀ ਇਹ ਮੈਂ ਕਦੇ ਯੂਜ਼ ਨਹੀਂ ਕੀਤਾ, ਠੀਕ ਹੈ। ਮੇਨਲੀ ਕਿਹੜੀ ਯੂਜ਼ ਹੈ ਬਾਈ ਵੈਸੇ ਆਪਣੇ? AMI ਮੋਸਟਲੀ ਆਪਾਂ AMI ਯੂਜ਼ ਕਰਦੇ ਹਾਂਗੇ, ਬਟ ਆਪਾਂ ਕੁਝ ਵੀ ਯੂਜ਼ ਕਰ ਸਕਦੇ ਹਾਂ ਡਿਪੈਂਡਿੰਗ ਅਪਨ ਆਵਰ ਯੂਜ਼। AME ਕੀ ਹੁੰਦਾ ਮਤਲਬ? ਆਹ Amazon ਦਾ ਮਸ਼ੀਨ ਲਿਨਕਸ ਇਮੇਜ? ਹੁੰਦਾ, ਹਾਂ Amazon ਮਸ਼ੀਨ ਇਮੇਜ ਹੁੰਦੀ। ਇਹਦਾ ਖੁਦ ਦਾ ਨਹੀਂ, ਜਿਵੇਂ ਤੁਸੀਂ ਆਪਣਾ ਕੰਪਨੀ ਨਾਲ ਕੰਮ ਕਰਦੇ ਹੋ, ਜਿਵੇਂ ਉਹ ਤੁਸੀਂ ਉਹ ਔਨ ਆਪਣਾ, ਮੈਨੂੰ ਲੱਗਦਾ ਉਹੀ ਯੂਜ਼ ਕਰਦੇ ਹੋ ਕੰਟੇਨਰਾਈਜ਼ ਸਰਵਿਸ, ਹੈ ਨਾ, ਕੰਟੇਨਰਸ ਵਗੈਰਾ। ਹਾਂ ਕੰਟੇਨਰਸ ਵਗੈਰਾ ਕਰਦੇ ਹੈਗੇ, ਤੇ ਉਹ Azure ਯੂਜ਼ ਕਰਦੇ ਹੈਗੇ ਜ਼ਿਆਦਾ। ਅੱਛਾ, Azure ਯੂਜ਼ ਕਰਦਾ ਲਈ, ਠੀਕ ਹੈ ਠੀਕ ਹੈ ਠੀਕ ਹੈ। ਤਾਂ ਅੱਛਾ, ਓਕੇ, ਠੀਕ ਹੈ। ਤੇ ਇਹਦੇ ਵਿੱਚ ਜਿਵੇਂ ਆਪਾਂ ਜਿਹੜੇ ਕੰਟੇਨਰ ਹੁੰਦਾ ਹੈ, ਉਹ ਤੁਸੀਂ ਕਿਸੇ ਇੰਸਟੈਂਟ ਤੇ ਲਗਾਓਗੇ ਜਾਂ ਕੰਟੇਨਰ ਦੀ ਆਪਣੀ ਸਰਵਿਸ ਹੁੰਦੀ ਆ? ਨਹੀਂ ਨਹੀਂ, ਆਪਾਂ ਨਾ ਅਲੱਗ ਚੀਜ਼ ਹੁੰਦੀ ਹੈ ਇਹਦੀ, ਇਹ ਆਪਾਂ ਦੇਖਾਂਗੇ ਹੌਲੀ ਜਦੋਂ ਡੋਕਰ ਸੈਕਟਰ ਦੁਆ ਚੋਂ ਕਰਾਂਗੇ ਇਹ ਚੀਜ਼ਾਂ ਆਪਾਂ, ਕੰਟੇਨਰਸ ਵਗੈਰਾ। ਨਹੀਂ, ਮੈਂ ਉਹੀ ਕੰਟੇਨਰਸ, ਪੁੱਛਣ, ਜਿਵੇਂ ਹਾਂ ਹਾਂ, ਜਿਵੇਂ ਕੋਈ ਸਰਵਰ ਬਣਾਇਆ, ਸਰਵਰ ਦੇ ਉੱਤੇ ਇੰਪਲੀਮੈਂਟ ਕਰਦੇ ਹੋ ਕੰਟੇਨਰ, ਜਾਂ ਕੰਟੇਨਰ ਦੀ ਆਪਣੀ ਹੀ ਸਰਵਿਸ ਹੁੰਦੀ ਆ, ਉਹ ਤੁਸੀਂ ਅਲੱਗ ਹੀ ਕਰਦੇ ਹੋ? ਨਹੀਂ ਨਹੀਂ ਨਹੀਂ, ਉਹ ਤੁਹਾਨੂੰ ਡੋਕਰਸ ਪ੍ਰੋਵਾਈਡ ਕਰਦੇ ਆ, ਠੀਕ ਹੈ। ਆਪਾਂ ਡੋਕਰ ਦੇ ਓਕੇ ਵਿੱਚ ਓਕੇ ਓਕੇ, ਕੰਟੇਨਰ, ਡੋਕਰ ਦੇ ਨਾਲ ਇੱਕ ਕੰਟੇਨਰ ਬਣਾਉਂਦੇ ਆ ਤੇ ਉਹਨੂੰ ਡਿਪਲੋਏ ਕਰ ਦਿੰਦੇ ਆ। ਠੀਕ ਹੈ, ਡਨ, ਮੈਂ ਸਮਝ ਗਿਆ। ਉਹ VM ਬਣਾਉਣ ਦੀ ਲੋੜ ਨਹੀਂ ਹੁੰਦੀ ਉਹਦੇ ਵਿੱਚ? VMU ਆਪਾਂ ਜ਼ਿਆਦਾ ਨਹੀਂ ਬਣਾਉਂਦੇ, ਆਪਾਂ ਅੱਡ ਅੱਡ ਇੰਸਟੈਂਸ ਲੈ ਲੈਂਦੇ ਉਹਦੇ ਲਈ, ਠੀਕ ਹੈ, ਠੀਕ ਹੈ। ਤੇ ਉਹ ਚੀਜ਼ ਬਣ ਜਾਂਦੀ ਆਪਣੀ। ਹਾਂ ਠੀਕ ਹੈ। ਅੱਛਾ, ਹੁਣ ਓਕੇ, ਤਾਂ ਆਪਣੇ AMI ਕੋਲ ਬੇਸਿਕਲੀ ਇਸ ਚੀਜ਼, ਜਦੋਂ ਆਪਾਂ ਹੁਣ ਮੈਨੂੰ ਸਲਾਈਡਸ ਵੀ ਖੋਲ ਹੀ ਲੈਣਾ 2 ਮਿੰਟ ਰੁਕੋ। ਆਪਾਂ ਨਹੀਂ ਸੀ ਵੀਕ 7 ਵੀਕ 8 ਸੀ ਸ਼ਾਇਦ, ਰਾਈਟ। EC2 ਦੇ ਵਿੱਚ ਆਏ ਸੀ ਜਦੋਂ ਆਪਾਂ ਨੂੰ ਆਇਆ ਸੀ ਸਟਾਰਟਿੰਗ ਦੇ ਵਿੱਚ AMI ਆਇਆ ਸੀ, ਠੀਕ ਹੈ। ਓਕੇ, ਹੁਣ ਮੈਂ ਇਹਨੂੰ ਅੱਧਾ ਕਰ ਲੈਂਦੇ ਆਪਾਂ ਇਹਨੂੰ। ਠੀਕ ਹੈ। ਹੁਣ ਇਹਦੇ 'ਚ ਇੱਕ ਆਪਾਂ ਨੂੰ AMI ਆਫਰ ਹੁੰਦੀ ਆ, ਬਾਕੀ ਕਾਫੀ ਅੱਡ ਅੱਡ ਚੀਜ਼ਾਂ ਆਫਰ ਹੁੰਦੀਆਂ। ਹੁਣ ਇਹਨਾਂ ਬਾਰੇ ਤੁਹਾਨੂੰ ਲਾਈਕ ਆਪਾਂ ਇੱਕ ਦੇ ਬਾਅਦ 'ਚੋਂ ਪੜ੍ਹਾਂਗੇ ਇਹਦੇ 'ਚ ਕੀ ਕੀ ਹੁੰਦਾ, ਕੀ ਕੀ ਆਫਰ ਕਰਦਾ ਅਤੇ ਕਿਹੜੇ ਲਈ ਸਿਚੁਏਸ਼ਨ ਲਈ ਉਹ ਬੈਸਟ ਹੁੰਦਾ। ਬਟ ਬੇਸਿਕ ਜੋ ਸਭ ਤੋਂ ਹੁੰਦਾ AMI ਯੂਜ਼ ਹੁੰਦਾ, ਠੀਕ ਹੈ। ਹਰ ਜਗ੍ਹਾ ਮੋਸਟਲੀ Amazon ਦੀ ਲਿਨਕਸ ਇਮੇਜ ਯੂਜ਼ ਹੁੰਦੀ ਆ, ਬਟ ਡਿਪੈਂਡਿੰਗ ਅਪੋਨ ਯੂਰ ਯੂਜ਼ ਆਪਾਂ ਇਹਨੂੰ ਚੇਂਜ ਕਰ ਸਕਦੇ ਹਾਂ। ਹੁਣ ਆਰਕੀਟੈਕਚਰ ਸੇਮ ਚੀਜ਼, ਜੋ ਆਪਣਾ ਬੇਸਿਕਲੀ ਆਰਕੀਟੈਕਚਰ ਹੁੰਦਾ 86 ਜੋ ਇਹਨਾਂ ਨੇ ਦਿੱਤਾ ਹੋਇਆ ਹੈਗਾ,
ARM ਇੱਕ ਅਲੱਗ ਤੋਂ ਆਰਕੀਟੈਕਚਰ ਹੁੰਦਾ, ਠੀਕ ਹੈ। ARM ਮੈਂ ਵੀ ਹਜੇ ਪੜ੍ਹਿਆ ਨਹੀਂ ਕਦੇ, ਤੇ ਦੇਖਣਾ ਪੈਣਾ ਮੈਨੂੰ ਵੀ। ਤੇ ਉਹਦੇ ਬਾਅਦ ਆ ਜਾਂਦਾ ਆਪਣਾ ਇੰਸਟੈਂਸ ਟਾਈਪ, ਜੋ ਆਪਾਂ ਇਹ ਦੇਖੇ ਸੀਗੇ। ਮਾਈਕਰੋ, ਠੀਕ, ਆਪਾਂ ਨੂੰ ਇੰਨੇ ਸਾਰੇ ਇੰਸਟੈਂਸ ਟਾਈਪ ਆਫਰ ਕਰਦਾ ਹੈ, ਠੀਕ ਹੈ। ਹੁਣ ਆਪਣੀ ਯੂਜ਼ੇਜ ਦੇ ਅਕੋਰਡਿੰਗ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਆਪਣਾ ਕਿਹੜਾ ਚੀਜ਼ ਹੈ। ਹੁਣ ਇਹਦੇ 'ਤੇ ਕੁਐਸਚਨ ਤੁਹਾਨੂੰ ਆ ਸਕਦਾ ਕਿ ਮੇਰੀ ਇਹ ਰਿਕੁਆਇਰਮੈਂਟਸ ਨੇ, ਤਾਂ ਮੈਨੂੰ ਕਿਹੜਾ ਇੰਸਟੈਂਸ ਲੈਣਾ ਚਾਹੀਦਾ ਗਾ, ਠੀਕ ਹੈ। ਹੁਣ ਜਿਵੇਂ ਉਹਨੇ ਕਹਿਤਾ ਕਿ ਮੇਰੀ ਮੈਮਰੀ ਯੂਜ਼ੇਜ ਹੈ 1 GB ਅਤੇ 1 GIB, ਠੀਕ ਹੈ। ਇਹਦਾ ਕੀ ਸੀਗਾ, GB ਬਾਈਟ ਤੇ ਬੇਸਿਕਲੀ ਇੱਕ ਡਿਜੀਟਲ ਤੁਹਾਨੂੰ ਇਹ ਹੁੰਦੀ ਹੈ ਮੈਮਰੀ। ਤੇ ਆਪਾਂ ਨੂੰ ਜਿਵੇਂ ਹੁਣ ਮਾਈਕਰੋ ਨੈਨੋ, ਇਹਦੇ 'ਚ ਮਾਈਕਰੋ ਅੱਡ ਕਿਉਂ ਦਿੱਤਾ ਹੈਗਾ ਆਪਾਂ ਨੂੰ। 1 ਵਰਚੁਅਲ CPU ਆਪਾਂ ਨੂੰ ਇੱਕ ਕੰਪਿਊਟਿੰਗ ਯੂਨਿਟ ਦਿੱਤੀ ਉਹਨਾਂ ਨੇ, 1 GIB ਮੈਮਰੀ ਦਿੱਤੀ ਹੈਗੀ, ਠੀਕ ਹੈ। ਤੇ ਇਹਦੀ ਪ੍ਰਾਈਸਿੰਗ ਦਿੱਤੀ ਹੋਈ ਆ ਦੇਖੋ, ਠੀਕ ਹੈ। ਹੁਣ ਇਹਦੀ ਪ੍ਰਾਈਸਿੰਗ ਹੁੰਦੀ ਹੈ, ਆਪਾਂ ਨੂੰ ਇਹ ਚੀਜ਼ਾਂ ਯਾਦ ਕਰਨ ਦੀ ਲੋੜ ਨਹੀਂ, ਬਟ ਕੁਛ ਥੋੜ੍ਹਾ ਬਹੁਤ ਯਾਦ ਹੋਣਾ ਚਾਹੀਦਾ, ਠੀਕ ਹੈ। ਕਿ ਜਿਵੇਂ ਹੁਣ ਆਪਾਂ ਲਿਨਕਸ ਬੇਸਡ ਪ੍ਰਾਈਸਿੰਗ ਹੈ ਤਾਂ 0.0124 USD ਪਰ ਆਰ। ਅੱਛਾ, ਤੇ ਫ੍ਰੀ ਟਾਇਰ ਐਲੀਜੀਬਲ ਹੈ ਕਿ ਇਹੀ ਹੈ ਇਕੱਲਾ, ਓਕੇ ਕੋਈ ਨਹੀਂ। ਤੇ ਔਨ ਡਿਮਾਂਡ ਬੇਸ ਪ੍ਰਾਈਸਿੰਗ, ਮਤਲਬ ਇਹਨਾਂ ਦੀ ਪ੍ਰਾਈਸਿੰਗ ਦਿੱਤੀ ਹੋਈ ਆ, ਬਸ ਇਹ ਚੀਜ਼ਾਂ ਦੇਖ ਲਿਓ ਕਿ ਤੁਹਾਨੂੰ ਇੰਨੀ ਪ੍ਰਾਈਸ ਆ ਸਕਦੀ ਆ। ਇਹ ਪੁੱਛਣਗੇ ਵੀ ਨਹੀਂ ਵੈਸੇ, ਬਟ ਠੀਕ ਹੈ, ਪਤਾ ਹੋਣੀ ਚਾਹੀਦੀ ਆ ਥੋੜ੍ਹਾ ਬਹੁਤ। ਜਦੋਂ ਆਪਾਂ ਕਰਾਂਗੇ ਉਦੋਂ ਦੇਖ ਲਾਂਗੇ, ਠੀਕ ਆ। ਅੱਜ ਆਪਾਂ ਇੱਕ ਇੰਸਟੈਂਸ ਬਣਾ ਵੀ ਨਹੀਂ, ਆਪਾਂ ਕੱਲ੍ਹ ਨੂੰ ਬਣਾਵਾਂਗੇ। ਅਤੇ ਕੀ ਪੇਅਰ ਲੌਗਇਨ ਹੁੰਦਾ ਆਪਾਂ ਨੂੰ, ਕਿ ਬੇਸਿਕਲੀ ਇੱਕ ਇਹਦੇ ਵਿੱਚ ਅੱਡ ਕੀ ਪੇਅਰਸ ਹੁੰਦੇ ਆ, ਠੀਕ ਹੈ। ਇਹਦੇ ਵਿੱਚ ਹੁਣ ਕੀ ਹੁੰਦਾ, ਜਿਵੇਂ ਆਪਣਾ ਇਹਦਾ ਨੇਮ ਹੋ ਗਿਆ, ਨੇਮ, ਹੁਣ ਇਹਦੇ 'ਚ ਇੱਕ ਨੇਮ ਹੋ ਗਿਆ ਅਤੇ ਉਹਦਾ ਆਪਣਾ ਨੇਮ ਹੋ ਗਿਆ, ਰਾਈਟ, ਉਹਦੀ ਵੈਲਿਊ ਹੋ ਗਈ। ਇੱਕ ਇਹਦਾ ਕੀ ਹੋ ਗਈ, ਨੇਮ, ਅਤੇ ਇਹ ਉਹਦੀ ਵੈਲਿਊ ਹੋ ਗਈ ਜੋ ਆਪਾਂ ਨਾਮ ਦਿੱਤਾ। ਮੰਨ ਲਓ ਆਪਾਂ ਅਰਜੁਨ ਨਾਮ ਦਿੱਤਾ, ਉਹਦੀ ਵੈਲਿਊ ਹੋ ਗਈ ਅਰਜੁਨ, ਠੀਕ ਹੈ। ਓਕੇ, ਹੁਣ ਆਪਾਂ ਇਹ ਬੇਸਿਕਲੀ ਜਦੋਂ ਵੀ ਆਪਾਂ ਇੰਸਟੈਂਸ ਨੂੰ ਕਿਤੇ ਯੂਜ਼ ਕਰਨਾ, ਆਪਾਂ ਨੂੰ ਕੁਛ ਉਹਨੂੰ ਵੈਲਿਊ ਦੇਣੀ ਹੈ, ਕੀ ਪੇਅਰ ਵੈਲਿਊ, ਤਾਂ ਆਪਾਂ ਉਹਦੇ ਲਈ ਇਹ ਯੂਜ਼ ਕਰਦੇ ਹਾਂਗੇ, ਠੀਕ ਹੈ। ਹੁਣ ਇਹਦੇ 'ਚ ਕੁਛ ਨਾ ਕੁਛ ਆਪਾਂ ਨੂੰ ਵੈਲਿਊਜ਼ ਆਲਰੇਡੀ ਦਿੱਤੀਆਂ ਹੋਣਗੀਆਂ। ਨਹੀਂ, ਇਹ ਵੈਸੇ ਜ਼ਿਆਦਾ ਇੰਸਟੈਂਸ ਬਣਾਉਣ ਲਈ ਯੂਜ਼ ਨਹੀਂ ਹੁੰਦੇ, ਪਰ ਆਪਾਂ ਨੂੰ ਬਹੁਤ ਸਮੇਂ ਮਿਲੇਗਾ, ਆਪਾਂ ਬਹੁਤ ਸਮੇਂ ਬਣਾਉਂਦੇ ਹੁੰਦੇ ਹਾਂ ਇਹ, ਠੀਕ ਹੈ। ਓਕੇ, ਨੈਟਵਰਕ ਸੈਟਿੰਗ ਦੇ ਵਿੱਚ ਤੁਸੀਂ ਆਪਣਾ ਨੋਰਮਲ ਇੱਕ ਨੈਟਵਰਕ ਸੈਟਿੰਗਸ ਹੁੰਦੀਆਂ ਆਪਣੀਆਂ, ਠੀਕ ਹੈ। ਇਹਦੇ ਵਿੱਚ ਆਪਾਂ ਚੇਂਜਸ, ਸਿਕਿਉਰਿਟੀ ਗਰੁੱਪਸ ਚੇਂਜਸ ਕਰਨੇ ਹੁੰਦੇ, ਆਪਾਂ ਨੂੰ ਇਹਦੇ 'ਚ ਥੋੜ੍ਹਾ ਨੈਟਵਰਕ ਪਤਾ ਹੋਣਾ ਚਾਹੀਦਾ। ਆਈ ਟਰਾਈ ਕਿ ਇਹਦੇ 'ਚ ਮੈਂ ਥੋੜ੍ਹਾ ਜਿਹਾ ਆਸਾਨ ਤਰੀਕੇ ਨਾਲ ਸਮਝਾ ਪਾਵਾਂ। ਲੈਟਸ ਸੀ, ਸਿਲੈਕਟ ਐਨ ਐਗਜ਼ਿਸਟਿੰਗ ਸਿਕਿਉਰਿਟੀ ਗਰੁੱਪ, ਆਪਣੇ ਕੋਲ ਡਿਫੋਲਟ ਇਹਦਾ ਹੁੰਦਾ, ਇੱਕ ਬਣਿਆ ਪਿਆ ਹੁੰਦਾ, ਅਤੇ ਆਪਾਂ ਉਹ ਕਰ ਸਕਦੇ ਹਾਂ। ਬਟ ਜੇ ਆਪਾਂ ਹੁਣ HTTP ਹੁੰਦਾ, ਇੱਕ ਨੋਰਮਲ ਕੋਈ ਵੀ ਐਂਡ ਪੁਆਇੰਟ ਹੋ ਗਿਆ, ਠੀਕ ਹੈ, ਫਰੋਮ ਦਾ ਇੰਟਰਨੈਟ। ਅਤੇ HTTPS ਹੁੰਦਾ ਕਿ ਆਪਣੇ ਕੋਲ ਇੱਕ ਸਿਕਿਉਰ ਡਾਲਾ ਹੋ ਗਿਆ। ਇਹ ਤੁਹਾਨੂੰ ਇਹਨਾਂ ਦਾ ਪਤਾ, ਇਹ ਚੀਜ਼ ਹੋ ਗਈ ਆਪਣੀ। SSH ਹੁੰਦਾ ਗਾ, ਠੀਕ ਹੈ। SSH ਇੱਕ ਤੁਹਾਨੂੰ ਇੱਕ ਸਿਕਿਉਰ, SSH ਫੁੱਲ ਫਾਰਮ ਕੀ ਹੁੰਦਾ ਸੀ, ਸਿਕਿਉਰ ਸ਼ੈਲ, ਸਿਕਿਉਰ ਸ਼ੈਲ, ਆਈ ਥਿੰਕ ਸਿਕਿਉਰ ਸ਼ੈਲ ਹੀ ਹੁੰਦਾ, ਮੈਨੂੰ ਵੀ ਨਹੀਂ ਪਤਾ, ਸਿਕਿਉਰ ਸ਼ੈਲ ਹੀ ਹੁੰਦਾ। ਹਾਂ, ਨਾਈਸ। ਹਾਂ, ਇੱਕ ਪੱਟੀ ਹੁੰਦਾ ਨਾ, ਪੱਟੀ ਕੀ ਪੱਟੀ ਹੁੰਦਾ, PUTTY, ਬ్రో। ਹਾਂ, ਐਕਸੈਸ ਕਰਨ ਲਈ, ਲਿਨਕਸ ਨੂੰ ਐਕਸੈਸ ਕਰਨ ਵਾਸਤੇ, ਸ਼ੈਲਸ ਓਪਨ ਕਰਨ ਵਾਸਤੇ ਨਾ। ਓਕੇ, ਪਤਾ ਪੱਟੀ ਸੌਫਟਵੇਅਰ PUTTY। ਅੱਛਾ, ਪੁੱਟੀ ਜਿਹੜਾ ਕਹਿੰਦੇ ਬ్రో ਅਸੀਂ, ਪੁੱਟੀ, ਗੋਰੇ ਪੱਟੀ ਕਹਿੰਦੇ ਨੇ। ਅੱਛਾ, ਠੀਕ ਹੈ। ਮੈਂ ਵੀ ਪੁੱਟੀ ਕਹੀ ਜਾਂਦਾ ਸੀਗਾ, ਸਮਝਿਆ ਨਹੀਂ ਅਗਲਾ, ਫਿਰ ਮੈਂ ਪੱਟੀ ਕਿਹਾ, ਕਹਿੰਦਾ ਹਾਂ ਨਵਾਂ ਭਰਾ ਫਿਰ ਤਾਂ ਗੋਰੇ ਨੇ ਨਾ। ਓਕੇ, ਬੇਸਿਕਲੀ SSH ਦਾ ਟ੍ਰੈਫਿਕ ਲਈ ਹੁੰਦਾ, ਆਪਾਂ ਇਹਦੇ ਲਈ ਕੌਨਫੀਗਰੇਸ਼ਨ ਵਗੈਰਾ ਹੋਰ ਸੈਟਅਪ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਕਿਤੋਂ ਵੀ ਯੂਜ਼ ਕਰ ਲੈ, ਠੀਕ ਹੈ, ਜਾਂ ਆਪਾਂ ਕੁਛ ਕਸਟਮ ਡੋਮੇਨ ਹੀ ਸੈਟਅਪ ਕਰਨੀਆਂ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ, ਠੀਕ ਹੈ। ਹੁਣ ਤੁਸੀਂ ਕੋਈ ਇੱਕ ਉਹ ਕਰਤਾ, ਇੱਕ ਵੈਬਸਾਈਟ ਦਾ ਡੋਮੇਨ ਸੈਟਅਪ ਕਰਤਾ, ਠੀਕ ਹੈ। ਹੁਣ ਤੁਸੀਂ ਚਾਹੁੰਦੇ ਹੋ ਕਿ ਬੰਦਾ ਸਿਰਫ ਉਹ ਡੋਮੇਨ ਤੋਂ ਤੁਹਾਨੂੰ ਰਿਕੁਐਸਟ ਭੇਜ ਪਾਵੇ ਤੁਹਾਡੇ ਸਰਵਰ ਨੂੰ, ਠੀਕ ਹੈ। ਤਾਂ ਆਪਾਂ ਉਹਦੇ ਲਈ ਨੈਟਵਰਕ ਵਾਲੀ ਚੀਜ਼ ਆਪਾਂ ਸਿਕਿਉਰਿਟੀ ਗਰੁੱਪ ਸੈਟਅਪ ਕਰਦੇ ਹਾਂ। ਹੁਣ ਇਹ ਚੀਜ਼ ਦਾ ਫਾਇਦਾ ਕੀ ਹੁੰਦਾ, ਆਪਣੇ ਇਹਦੇ ਉੱਤੇ ਬੰਦਾ ਕੋਈ ਸਕ੍ਰਿਪਟ ਨਹੀਂ ਚਲਾ ਸਕਦਾ, ਸਿੰਪਲ ਨੋਰਮਲ ਵਾਲੀ। ਰੀਜ਼ਨ, ਕਿਉਂਕਿ ਸਿਰਫ ਹੁਣ ਸਕ੍ਰਿਪਟ ਚੱਲ ਸਕਦੀ ਆ, ਬਟ ਬਹੁਤ ਸਾਰੀ ਸਕ੍ਰਿਪਟ ਜੋ ਹੁੰਦੀਆਂ ਤੁਹਾਡੇ 'ਤੇ ਜੋ ਅਟੈਕ ਕਰਨ ਲਈ ਹੁੰਦੀਆਂ, ਉਹ ਲਿਮਿਟ ਹੋ ਜਾਂਦੀਆਂ ਨੇ,
ਹੂੰ ਠੀਕ ਹੈ ਸਕ੍ਰਿਪਟ ਹਜੇ ਵੀ ਹੁੰਦੀ ਆ ਬਟ ਆਊਟ ਆਫ ਦਾ ਡੋਮੇਨ ਜੋ ਤੁਹਾਡਾ ਆਪਾਂ ਨੇ ਉਹਦੇ ਵਿੱਚ ਚਲਾ ਕੇ ਆਪਣਾ ਲਿੰਕ ਯੂਜ਼ ਕਰਕੇ ਤੁਹਾਨੂੰ ਰਿਕੁਐਸਟ ਭੇਜਦੇ ਆਗੇ ਉਹ ਚੀਜ਼ ਨਹੀਂ ਚੱਲੇਗੀ ਫਿਰ ਕਿਉਂਕਿ ਇਹਨੂੰ ਉਹੀ ਕਰ ਦੇਗਾ ਬੰਦ ਹੀ ਕਰ ਦੇਗਾ ਰਿਕੁਐਸਟ ਹੀ ਨਹੀਂ ਆਉਂਦਾ ਹੈਗਾ ਹਾਂ ਜੋ ਵੀ ਰਿਕੁਐਸਟ ਆਪਣੀ ਵੈਬਸਾਈਟ ਤੋਂ ਆ ਰਹੀ ਹੈ ਸਿਰਫ ਉਹੀ ਚੱਲੇਗੀ ठीक है ये चीज़ ठीक है या फायरवॉल क्रिएट सिक्योरिटी ग्रुप हाँ मतलब ये चीज़ समझ आ गई कि ਆਪਾਂ ਨੂੰ ਸਿਕਿਉਰਿਟੀ ਗਰੁੱਪ ਤੇ ਇਹ ਚੀਜ਼ ਦੀ ਕਸਟਮ ਡੋਮੇਨ ਜਾਂ ਕਸਟਮ ਆਈਪੀ ਐਡਰੈਸ ਕਿਉਂ ਪਾਉਣਾ ਪੈ ਸਕਦਾ ਠੀਕ ਹੈ ਹੁਣ ਆਪਣਾ ਜਿਵੇਂ ਆਪਾਂ ਮੈਂ ਆਪਣੀ ਵੈਬਸਾਈਟ ਤੇ ਜਾਊਂਗਾ ਹੁਣ ਵੈਬਸਾਈਟ ਤੋਂ ਕੋਈ ਚੀਜ਼ ਕਲਿੱਕ ਕਰੂੰਗਾ ਉਹ ਵੈਬਸਾਈਟ ਮੇਰੀ ਡੋਮੇਨ ਉੱਤੇ ਜਾਏਗਾ ਮਤਲਬ ਬੇਸਿਕਲੀ ਜਿੱਥੇ ਉਹ ਚੀਜ਼ ਹੋਸਟਡ ਹੈ ਉਹ ਹੋਸਟਡ ਸਰਵਰ ਮੈਨੂੰ ਰਿਕੁਐਸਟ ਭੇਜੇਗਾ ਰਾਈਟ ਇਹੀ ਹੋਏਗਾ ਹੁਣ ਉਹ ਹੋਸਟਡ ਸਰਵਰ ਦੀ ਇੱਕ ਆਈਪੀ ਹੋਏਗੀ ਠੀਕ ਹੈ ਹੁਣ ਉਹ ਆਈਪੀ ਭੇਜੇਗੀ ਰਿਕੁਐਸਟ ਮੇਰੇ EC2 ਇੰਸਟੈਂਸ ਨੂੰ ਠੀਕ ਹੈ ਹੁਣ ਜੇ ਮੈਂ ਸਿਰਫ ਉੱਥੇ ਉਹੀ ਕਸਟਮ ਡੋਮੇਨ ਪਾਈ ਹੋਈ ਹੈ ਤਾਂ ਸਿਰਫ ਮੈਂ ਉਸੇ ਡੋਮੇਨ ਨਾਲ ਖੋਲ ਪਾਊਂਗਾ मतलब सिर्फ उसे डोमेन ਦੀ ਰਿਕੁਐਸਟ ਐਕਸੈਪਟ ਹੋਏਗੀ ਲੈਟਸ ਟੇਕ ਐਨ ਐਗਜ਼ਾਮਪਲ ਉਸੇ ਆਈਪੀ ਦੀ ਯਾਰ bro ਤੁਸੀਂ ਗੱਲ ਕਰ ਰਹੇ ਹੋ ਆਪਾਂ ਬਣਾ ਕੇ ਦੇਖ ਲੈਂਦੇ ਚੀਜ਼ਾਂ ਸਪੋਜ਼ ਮੇਰੀ ਇੱਕ ਵੈਬਸਾਈਟ ਹੈ ਮੇਰੀ ਵੈਬਸਾਈਟ ਹੈ ਠੀਕ ਹੈ ਇਹ ਇੱਕ ਸਰਵਰ ਦੇ ਵਿੱਚ ਹੋਸਟਡ ਹੈ ਇਹ ਮੇਰਾ ਸਰਵਰ ਹੈ ਉਤਲਾ ਠੀਕ ਹੈ ਇੱਕ ਮੇਰੇ ਕੋਲ ਆਇਆ ਬੰਦਾ ਠੀਕ ਹੈ ਉਹਨੇ ਵੈਬਸਾਈਟ ਤੇ ਕੋਈ ਬਟਨ ਕਲਿੱਕ ਕੀਤਾ ਠੀਕ ਹੈ ਇਹ ਬਟਨ ਇੱਥੇ ਐਗਜ਼ੀਕਿਊਟ ਹੋਇਆ ਹੁਣ ਇਹ ਬਟਨ ਦਾ ਕੁਝ ਕੰਮ ਹੈ ਉਹ ਸਰਵਰ ਤੇ ਮੇਰੇ ਐਗਜ਼ੀਕਿਊਟ ਹੋਏਗਾ ਠੀਕ ਹੈ ਹੁਣ ਉਹ ਸਰਵਰ ਤੋਂ ਰਿਕੁਐਸਟ ਜਾਏਗੀ ਜੇ ਬੈਕ ਐਂਡ ਨੂੰ ਐਕਸੈਸ ਕਰਨਾ ਜਿੱਥੇ ਮੇਰਾ ਬੈਕ ਐਂਡ ਲੱਗਿਆ ਹੋਇਆ ਇਹ ਮੇਰਾ ਫਰੰਟ ਐਂਡ ਹੈ ਇਹ ਮੇਰਾ ਬੈਕ ਐਂਡ ਹੈ ਦੋਵੇਂ ਅੱਡ ਸਰਵਰਸ ਤੇ ਨੇ ਠੀਕ ਹੈ ਹੁਣ ਇਹ ਬੈਕ ਐਂਡ ਨੂੰ ਰਿਕੁਐਸਟ ਕਿੱਥੋਂ ਆ ਰਹੀ ਹੈ ਇਹ ਸਰਵਰ ਤੋਂ ਜਿਹਨੂੰ ਆਪਾਂ ਨਾਮ ਦਿੱਤਾ 1 ਠੀਕ ਹੈ ਹੁਣ ਰਿਕੁਐਸਟ ਆ ਗਈ ਮੇਰੇ ਕੋਲ ਮੈਂ ਸਿਰਫ 1 ਅਲਾਉ ਕੀਤਾ ਹੋਇਆ ਕਿ ਸਿਰਫ 1 ਤੋਂ ਰਿਕੁਐਸਟ ਆਏਗੀ ਮੇਰੇ ਕੋਲ ਤੇ ਮੈਂ 1 ਤੋਂ ਐਕਸੈਪਟ ਕਰੂੰਗਾ ਠੀਕ ਹੈ ਤਾਂ ਮੈਂ ਰਿਕੁਐਸਟ ਐਕਸੈਪਟ ਕਰ ਲਈ ਕਿਉਂਕਿ ਹੁਣ ਉਹ ਜ਼ਿਆਦਾ ਕੁਝ ਛੇੜਖਾਨੀ ਨਹੀਂ ਕਰ ਸਕਦਾ ਮੇਰੇ ਸਰਵਰ ਦੇ ਨਾਲ ਤੇ ਕੁਝ ਟਾਈਪ ਆਫ ਰਿਕੁਐਸਟ ਹੀ ਭੇਜ ਸਕਦਾ ਹੈਗਾ ਜਾਂ ਕੁਝ ਹੋਰ ਕਰ ਸਕਦਾ ਹੈਗਾ ਤਾਂ ਬੇਸਿਕਲੀ ਉਹਦੇ ਇਹ ਬੰਦੇ ਕੋਲ ਲਿਮਿਟੇਸ਼ਨਸ ਆ ਗਈਆਂ ਸਪੋਜ਼ ਮੈਂ ਇੱਥੇ 1 ਨਹੀਂ ਕੀਤਾ ਹੁੰਦਾ ਮੈਂ ਕੀਤਾ ਹੁੰਦਾ anyone ਠੀਕ ਹੈ anyone ਵੀ ਹੁੰਦਾ ਆਪਾਂ ਵੈਬ ਪੇजेस ਲਈ anyone ਹੀ ਰੱਖ ਦਿਆਂਗੇ ਹੁਣ ਇਹ ਵੈਬਸਾਈਟ ਦਾ ਕੋਈ ਵੀ ਇਹਨੂੰ ਐਕਸੈਸ ਕਰੇਗਾ ਇਹਦੇ ਲਈ anyone ਨਹੀਂ ਹੈ ਪਰ ਬੈਕਐਂਡ ਲਈ anyone ਨਹੀਂ ਹੈ ਠੀਕ ਹੈ ਹੁਣ ਆਪਣੇ ਕੋਲ ਸਪੋਜ਼ ਇੱਕ ਸੈਕੰਡ ਯੂਜ਼ਰ ਆਇਆ ਕਹਿ ਰਿਹਾ ਬਾਈ ਮੈਨੂੰ ਉਹਨੇ ਦੇਖ ਲਿਆ ਬਈ ਇਹ ਰਿਕੁਐਸਟ ਆ ਸਰਵਰ ਤੇ ਗਿਆ ਉਹਨੇ ਦੇਖਿਆ ਵੀ ਆਹ ਰਿਕੁਐਸਟ ਇੱਥੇ ਭੇਜ ਰਿਹਾਗਾ ਇਹ ਮਤਲਬ ਇੱਥੋਂ ਇੱਥੇ ਭੇਜ ਰਿਹਾ ਰਾਈਟ ਉਹਨੂੰ ਰਿਕੁਐਸਟ ਦਿਖ ਜਾਂਦੀ ਹੈ ਜੇ ਰਿਕੁਐਸਟ ਦੇਖਣੀ ਮੈਂ ਤੁਹਾਨੂੰ ਦਿਖਾ ਦੇਣਾ ਕਿਵੇਂ ਦਿਖਦੀ ਹੈ ਇਹ ਤੋਂ ਬਾਅਦ ਚੋਂ ਉਹਨੂੰ ਰਿਕੁਐਸਟ ਦਿਖ ਜਾਂਦੀ ਹੈ ਕਿ ਮੈਂ ਰਿਕੁਐਸਟ ਭੇਜੀ ਹੈ ਉਹਨੇ ਕਿਹਾ ਵੀ ਆਹ ਰਿਕੁਐਸਟ ਆ ਇਹਦਾ ਆਈਪੀ ਐਡਰੈਸ ਹੈ ਉਹਨੂੰ ਇਹਦਾ ਆਈਪੀ ਐਡਰੈਸ ਮਿਲ ਗਿਆ ਲੈਟਸ ਕਾਲ ਇਟ ਆਈਪੀ ਐਡਰੈਸ 2 ਠੀਕ ਹੈ ਸਮਥਿੰਗ ਇਹਦਾ ਆਈਪੀ ਐਡਰੈਸ ਹੈ ਉਹਨੇ ਕਿਹਾ ਵੀ 2 ਤੇ ਰਿਕੁਐਸਟ ਭੇਜਤੀ ਹੁਣ ਮੈਂ ਉਹਨੇ ਚੱਕਿਆ ਵੀ 2 ਦਾ ਆਈਪੀ ਐਡਰੈਸ ਚੱਕਿਆ ਉਹਨੇ ਤੇ ਰਿਕੁਐਸਟ ਉਹਨੇ ਕਿਹਾ ਵੀ ਇਹ ਰਿਕੁਐਸਟ ਐਕਸੈਪਟ ਕਰ ਰਿਹਾ ਉਹਨੇ ਰਿਕੁਐਸਟ ਦੇ ਵਿੱਚ ਕੁਝ ਮੈਲੀਸ਼ੀਅਸ ਡੇਟਾ ਭੇਜਤਾ ਜਾਂ ਕੁਝ ਵੀ ਉਹਨੇ ਕਿਸੇ ਤਰੀਕੇ ਦਾ ਆਪਣਾ ਅਟੈਕ ਪਲਾਨ ਕਰ ਲਿਆ ਹੁਣ ਇਹਦੇ ਵਿੱਚ ਇਹਨੇ ਅਲਾਉ ਕੀਤਾ ਹੈ anyone ਤਾਂ ਉਹਦੀ ਰਿਕੁਐਸਟ ਐਕਸੈਪਟ ਹੋ ਜਾਏਗੀ ਸਿੱਧੀ ਹੋਈ ਔਰ ਅੰਦਰ ਕੋਈ ਸਿਕਿਉਰਿਟੀ ਲੱਗੀ ਹੈ ਤਾਂ ਠੀਕ ਹੈ ਨਹੀਂ ਤਾਂ ਕੰਮ ਹੋ ਗਿਆ ਠੀਕ ਹੈ ਇਹ ਚੀਜ਼ ਨੂੰ ਹੈਂਡਲ ਕਰਨ ਲਈ ਜੇ ਸਿਕਿਉਰਿਟੀ ਹੈ ਤਾਂ ਠੀਕ ਨਹੀਂ ਤਾਂ ਕੰਮ ਹੋ ਗਿਆ ਹੁਣ ਇਹ ਰਿਕੁਐਸਟ ਇਹ ਆਪਣੇ ਕੋਲੋਂ ਭੇਜ ਰਿਹਾ ਇਹ ਵੈਬਸਾਈਟ ਵੱਲੋਂ ਨਹੀਂ ਭੇਜ ਰਿਹਾ ਕਿਉਂਕਿ ਕੁਝ ਇਹ ਡੇਟਾ ਇਹ ਵੈਬਸਾਈਟ ਨਹੀਂ ਬਣਾ ਸਕਦੀ ਨਾ ਇਹ ਸਰਵਰ ਨਹੀਂ ਭੇਜ ਸਕਦਾ ਇਹੋ ਜਿਹਾ ਡੇਟਾ ਤਾਂ ਕਰਕੇ ਹੁਣ ਮੈਂ ਤੁਹਾਨੂੰ ਦਿਖਾਣਾ ਹੈ ਲੈਟ ਮੀ ਸੀ ਮੈਂ ਕਿੱਥੇ ਦਿਖਾਵਾਂ ਤੁਹਾਨੂੰ ਰੁਕ ਜਾਓ ਕੀ ਹੈ ਮੇਰੇ ਕੋਲ Amazon ਦਾ ਕੰਸੋਲ ਕਿੱਥੇ ਗਿਆ ਮੇਰਾ ਆ ਜਾਏਗਾ ਓਕੇ ਆਪਾਂ ਤੁਹਾਨੂੰ ਦਿਖਾਉਂਦੇ ਆਂਗੇ ਲੈਟਸ ਇੰਸਪੈਕਟ ਠੀਕ ਹੈ ਇੱਥੇ ਇੱਕ ਨੈਟਵਰਕ ਟੈਬ ਹੁੰਦਾ ਹੁਣ ਜਿਵੇਂ ਮੈਂ ਇੱਥੇ ਕੋਈ ਵੀ ਰਿਕੁਐਸਟ ਭੇਜੂੰਗਾ ਠੀਕ ਹੈ SSH ਭੇਜੀ ਹੁਣ ਤੁਸੀਂ ਦੇਖੋਗੇ ਇਹਨੇ ਆ ਰਿਕੁਐਸਟ ਭੇਜੀਆਂ ਸਾਰੀਆਂ ਹੁਣ ਤੁਹਾਨੂੰ ਹਰ ਇੱਕ ਚੀਜ਼ ਦਾ ਡੋਮੇਨ ਮਿਲ ਜਾਏਗਾ ਹੁਣ ਇਹ ਮਤਲਬ ਕਾਫੀ ਕੁਝ ਭੇਜ ਰਿਹਾ ਜਿਵੇਂ ਜੈਨਾਈ ਦੀ ਰਿਕੁਐਸਟ ਭੇਜ ਰਿਹਾ ਹੈਗਾ
ਠੀਕ ਹੈ ਲੈਟਸ ਗੋ ਫਰਮ ਅਪ ਟੂ ਡਾਊਨ। ਜਿਵੇਂ ਹੁਣ ਮੈਂ ਸਰਚ ਭੇਜਿਆ, ਇੱਕ ਆ ਗੂਗਲ ਤੇ ਰਿਕੁਐਸਟ ਗਈ, ਠੀਕ ਹੈ, ਤੁਹਾਨੂੰ ਡੋਮੇਨ ਦੇ ਨਾਲ ਕਿਵੇਂ ਰਿਕੁਐਸਟ ਜਾ ਰਹੀ ਉਹ ਸਭ ਪਤਾ ਚੱਲ ਰਿਹਾ। ਹੁਣ ਇਹ google.com ਮਤਲਬ ਗੂਗਲ ਦੇ ਸਰਵਰ ਤੇ ਗਈ ਪਹਿਲਾਂ, ਆਪਾਂ ਨੂੰ ਇਹ ਸਭ ਚੀਜ਼ਾਂ ਮਿਲ ਜਾਂਦੀਆਂ ਨੇ, ਠੀਕ ਹੈ। ਆਪਾਂ ਨੂੰ ਉਹਦਾ ਰਿਮੋਟ ਐਡਰੈਸ ਮਿਲ ਜਾਂਦਾ ਹੈ, ਆਪਾਂ ਨੂੰ ਸਭ ਕੁਛ ਜੋ ਵੀ ਕੁਛ ਡੇਟਾ ਲੈਣਾ ਉਹਨੂੰ ਇਹ ਡੇਟਾ ਦਾ ਐਕਸੈਸ ਹੋ ਸਕਦਾ, ਠੀਕ ਹੈ, ਅਟੈਕ ਦੇ ਲਈ, ਠੀਕ। ਤਾਂ ਕਰਕੇ ਇਹ ਚੀਜ਼ ਇੰਪੋਰਟੈਂਟ ਹੁੰਦੀ ਆ, ਠੀਕ ਹੈ, ਸਿਕਿਉਰਿਟੀ ਗਰੁੱਪ ਲਗਾਉਣਾ, ਠੀਕ ਹੈ। ਹੁਣ ਆਪਣੇ ਕੋਲ ਹੋ ਗਈ ਕਨਫੀਗਰ ਸਟੋਰੇਜ। ਆਪਾਂ ਨੂੰ ਇੱਕ ਕੰਪਿਊਟਰ ਈਸੀ ਨੂੰ ਇੱਕ ਸਟੋਰੇਜ ਦਿੱਤੀ ਜਾਂਦੀ ਹੈ ਕਿ ਆਪਾਂ 8 GB GIB ਉਹਨੂੰ ਸਟੋਰੇਜ ਦੇਤੀ, ਠੀਕ ਹੈ। ਹੁਣ ਕਿੰਨੇ ਦੀ ਦੇਣੀ ਆ ਉਹ ਆਪਣੀ ਮਰਜ਼ੀ ਹੈ, ਠੀਕ ਹੈ। ਤੇ ਓਕੇ, ਮਤਲਬ ਆਪਾਂ ਨੂੰ ਇੱਥੇ ਲਿਖਿਆ ਕਿ ਫ੍ਰੀ ਟਾਇਰ ਆਰ ਐਲੀਜੀਬਲ ਫॉर 30 GB ਆਫ EBS, ਠੀਕ। ਹੁਣ ਐਡਵਾਂਸ ਡਿਟੇਲ ਵੀ ਥੋੜੀ ਜਿਹੀ ਇੰਪੋਰਟੈਂਟ ਆ ਜਾਂਦੀ ਹੈਗੀ, ਠੀਕ ਹੈ। ਡੋਮੇਨ ਜੁਆਇਨ ਡਾਇਰੈਕਟਰੀ, IAM ਇੰਸਟੈਂਸ ਪ੍ਰੋਫਾਈਲ, ਇਹ ਚੀਜ਼ਾਂ ਆਪਾਂ ਜੋ IAM ਤੇ ਇਹ ਚੀਜ਼ਾਂ ਪੜ੍ਹ ਲਿਓ ਉਦੋਂ ਕਰਾਂਗੇ। ਇੰਸਟੈਂਸ ਆਟੋ ਰਿਕਵਰੀ, ਸ਼ਟਡਾਊਨ ਬਿਹੇਵੀਅਰ, ਟਰਮੀਨੇਟ, ਸਟਾਪ ਹਾਈਬਰਨੇਟ ਬਿਹੇਵੀਅਰ, ਇਹ ਚੀਜ਼ਾਂ ਵੀ ਦੇਖਣੀਆਂ ਪੈਣ ਆਪਾਂ ਨੂੰ ਅੱਡ ਤੋਂ ਰੁਕਿਆ ਜਾ। ਰੈਮ ਡਿਸਕ ਮੇਰਾ ਕੰਮ ਆਈਡੀ ਸਟਾਰਟ ਹੋਣ ਵਾਲਾ ਹੈ, ਕੋਈ ਨਹੀਂ, ਕੱਲ ਨੂੰ ਕਰਦੇ ਕੱਲ ਨੂੰ ਹਾਂ, ਕਰੀਏ ਬਾਕੀ। ਕੱਲ ਨੂੰ ਕੰਟੀਨਿਊ ਕਰਦੇ ਹਾਂ। ਯੈਸ, ਠੀਕ ਹੈ bro, ਆਪਾਂ ਇੱਥੇ ਕੰਟੀਨਿਊ ਕਰਾਂਗੇ। ਆਪਾਂ ਇੱਕ ਕੰਮ ਕਰਦੇ ਫਿਰ ਕੱਲ ਤੋਂ EC2 ਟੂ ਇੰਸਟੈਂਸ ਹੀ ਕਰਦੇ ਹਾਂ ਤਰੀਕੇ, ਇੱਕ ਵਾਰ ਵਧੀਆ ਤਰੀਕੇ ਨਾਲ, ਬਾਕੀ ਚੀਜ਼ਾਂ ਫਿਰ ਬਾਅਦ ਚੋਂ ਦੇਖ ਲਾਂਗੇ ਉੱਤੋਂ, ਠੀਕ ਹੈ। ਠੀਕ ਹੈ bro, ਆਪਾਂ ਕੱਲ ਨੂੰ ਇੰਸਟੈਂਸ ਵਗੈਰਾ ਬਣਾਵਾਂਗੇ ਤੇ ਯੈਸ, ਠੀਕ ਹੈ, ਬਾਏ ਬਾਏ। ਓਕੇ bro, ਓਕੇ ਬਾਏ ਬਾਏ।